ਜਿਹੜਾ ਮਾਰਚ ਇੱਥੇ ਕੱਢਿਆ ਜਾ ਰਿਹਾ ਹੈ ਕਿਉਂਕਿ ਇਨਸਾਫ ਅੱਜ ਤੱਕ ਨਹੀਂ ਮਿਲਿਆ। ਨਵੰਬਰ ਨੂੰ ਲੈ ਕੇ ਨਸਲਕੁਸ਼ੀ ਜਿਹੜੀ ਹੋਈ ਸੀਗੀ, ਹੁਣ ਤੁਸੀਂ ਇਹ ਮਾਰਚ ਦੇ ਜ਼ਰੀਏ ਕਿਸ ਤਰੀਕੇ ਦੇ ਨਾਲ ਸਰਕਾਰ ਨੂੰ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਅੱਜ ਤੱਕ ਇਨਸਾਫ ਆਮ ਲੋਕਾਂ ਨੂੰ ਮਿਲਿਆ ਨਹੀਂ? ਸਾਡੇ ਲਈ ਇਨਸਾਫ ਦੇ ਅਰਥ 4 ਬੰਦਿਆਂ ਨੂੰ ਜੇਲ੍ਹ ਸੁੱਟਣਾ ਜਾਂ ਮੁਆਵਜ਼ੇ ਨਹੀਂ ਹੈ। ਸਾਡੇ ਲਈ ਇਨਸਾਫ ਦਾ ਅਰਥ ਹੈ ਕਿ ਜਿਹੜੇ ਉਹਦੇ ਮੂਲ ਕਾਰਨ ਨੇ ਜਿਨ੍ਹਾਂ ਕਰਕੇ ਇਹ ਚੀਜ਼ਾਂ ਵਾਪਰੀਆਂ ਨੇ ਉਹਦਾ ਸ਼ਾਂਤੀਪੂਰਵਕ ਹੱਲ ਕੀਤਾ ਜਾਵੇ। ਜਿਹੜੇ ਸਿੱਖ 1984 ਦੇ ਵਿੱਚ ਦਿੱਲੀ ਵਿੱਚ ਜਾਂ ਹੋਰ ਥਾਵਾਂ 'ਤੇ ਕਤਲ ਹੋਏ, ਅਸੀਂ ਉਹਨਾਂ ਦੀ ਅੱਜ ਅਰਦਾਸ ਵੀ ਕੀਤੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ UNO ਅੱਖਾਂ ਨਾ ਮੀਟੇ, UNO ਚੁੱਪ ਨਾ ਕਰੇ, ਉਹ ਭਾਰਤ ਨੂੰ ਕਟਹਿਰੇ ਵਿੱਚ ਖੜਾ ਕਰੇ। ਮਿਸਾਲ ਅੱਜ ਬਾਲੀਆਂ ਗਈਆਂ ਨੇ, ਮਿਸਾਲ ਇੱਕ ਜਾਗਰਤੀ ਦਾ ਪ੍ਰਤੀਕ ਹੁੰਦੀਆਂ ਨੇ, ਇੱਕ ਚਾਨਣ ਦਾ ਪ੍ਰਤੀਕ ਹੁੰਦੀਆਂ ਨੇ ਔਰ ਤੁਸੀਂ UNO ਨੂੰ ਇਹਦੇ ਜ਼ਰੂਰ ਚਾਨਣ ਸੰਦੇਸ਼ ਭੇਜਣਾ ਚਾਹੁੰਦੇ ਹੋ ਕਿ 37 ਸਾਲ ਬੀਤਣ ਦੇ ਬਾਵਜੂਦ ਵੀ ਸਾਡੀਆਂ ਆਵਾਜ਼ਾਂ ਨੂੰ ਗੋਲੀ ਦੇ ਨਾਲ, ਬੰਦੂਕ ਦੇ ਨਾਲ ਦਬਾਇਆ ਜਾ ਰਿਹਾ ਹੈ ਔਰ ਸਾਡੇ ਉੱਤੇ ਸੱਚੇ ਝੂਠੇ ਕੇਸ ਪਾ ਕੇ ਸਾਨੂੰ ਜੇਲ੍ਹਾਂ 'ਚ ਸੁੱਟਿਆ ਜਾ ਰਿਹਾ। ਉਸ ਤੋਂ ਬਾਅਦ ਜਿਹੜੀ 84 ਤੋਂ ਬਾਅਦ ਜਿਹੜੀ ਇੱਥੇ ਕਾਂਗਰਸ ਦੀ ਸਰਕਾਰ ਬਣਨਾ ਇਹ ਗੱਲ ਸਪਸ਼ਟ ਕਰਦੀ ਹੈ ਕਿ ਭਾਰਤ ਦੀ ਬਹੁਤ ਗਿਣਤੀ ਸਿੱਖਾਂ ਦੀ ਇਸ ਨਸਲਕੁਸ਼ੀ ਦੇ ਵਿੱਚ ਸ਼ਾਮਲ ਸੀ। 10,000 ਸਾਡੇ ਸਿੱਖ ਭਰਾ ਤੇ ਸਾਡੀਆਂ ਭੈਣਾਂ ਦੀ ਬੇਪਤੀ ਅੱਜ ਤੋਂ 37 ਵਰੇ ਦੇਸ਼ ਦੀ ਰਾਜਧਾਨੀ ਵਿੱਚ ਕੀਤੀ ਗਈ ਆ। ਸਾਨੂੰ ਅੱਗੇ ਤੋਂ ਵੀ ਕੋਈ ਉਮੀਦ ਨਹੀਂ ਹੈਗੀ ਇਸ ਹਿੰਦ ਹਕੂਮਤ ਤੋਂ। ਸਿਰਫ ਅਸੀਂ UNO ਨੂੰ ਮਨੁੱਖੀ ਅਧਿਕਾਰਾਂ ਦੇ ਜਿਹੜੇ ਲੰਬਰਦਾਰ ਮੁਲਕ ਨੇ ਉਹਨਾਂ ਨੂੰ ਅੱਜ ਦੱਸਣਾ ਚਾਹੁੰਦੇ ਆ ਕਿ ਸਿੱਖ ਆਪਣੇ ਜ਼ਖਮਾਂ ਨੂੰ ਭੁੱਲੇ ਨਹੀਂ ਹੈਗੇ। ਅੱਜ ਆਪਾਂ ਜ਼ਖਮ ਕਰੇਦ ਕੇ ਇਹ ਦੁਨੀਆ ਨੂੰ ਦੱਸਣਾ ਚਾਹੁੰਦੇ ਆ ਕਿ ਜਿਵੇਂ ਅਫਗਾਨਿਸਤਾਨ ਦੇ ਵਿੱਚ ਅਸੀਂ ਨਹੀਂ ਕਹਿੰਦੇ ਕਿ ਉੱਥੇ ਹੀ ਵਾਇਲੈਂਸ ਹੋਵੇ, ਜਿਵੇਂ ਤੁਸੀਂ ਉੱਥੇ ਦੀ ਆਵਾਜ਼ ਉਠਾਉਂਦੇ ਹੋ, ਸਾਡੀ ਵੀ 37 ਵਰਿਆਂ ਦੇ ਵਿੱਚ ਇੱਕ UNO ਜਿਹੜੀ ਆ ਇੱਕ ਰਹਿਮ ਦੀ ਅਪੀਲ ਆਪਾਂ ਕਰਾਂਗੇ ਤੇ ਇਹ ਸਾਡੀ ਜਾਣੀ ਚਾਹੀਦੀ UNO ਤੱਕ। UNO ਦੇ ਉੱਪਰ ਯਕੀਨ ਕਰਕੇ ਅੱਜ ਇਹ ਮਾਰਚ ਵੀ ਕੱਢਿਆ ਜਾ ਰਿਹਾ ਕਿ UNO ਨੂੰ ਕਿਹਾ ਜਾ ਰਿਹਾ ਹੈ ਕਿ ਬਿਲਕੁਲ ਇਹਨਾਂ ਲੋਕਾਂ ਦੀ ਸੁਣਵਾਈ ਹੋਣੀ ਚਾਹੀਦੀ। 37 ਵਰੇ ਬੀਤ ਗਏ ਨੇ ਨਸਲਕੁਸ਼ੀ ਹੋਇਆਂ ਨੂੰ, 37 ਵਰੇ ਬਾਅਦ ਵੀ ਜਿਹੜਾ UNO ਇਸ ਤੇ ਰਿਸਪੌਂਸ ਕਿਉਂ ਨਹੀਂ ਦੇ ਸਕੇ? ਅੰਗਰੇਜ਼ ਫਿਲਾਸਫਰ ਉਹ ਲਿਖਦਾ ਕਿ ਜਿਹੜੀ ਘੱਟ ਗਿਣਤੀ ਸਿੱਖ ਕੌਮ ਜਿਹੜੀ ਦੇਸ਼ ਦੇ ਵਿੱਚ ਹੈਗੀ ਆ, ਇੰਡੀਆ ਦੇ ਵਿੱਚ ਆ ਜਾਂ ਭਾਰਤ ਦੇ ਵਿੱਚ ਆ, ਬੜੀ ਬਹਾਦਰ ਕੌਮ ਆ, ਕੋਈ ਸ਼ੱਕ ਨਹੀਂ ਕੀਤੀ ਜਾ ਸਕਦੀ। ਪਰ ਇਹਨਾਂ ਦੀ ਜਿਹੜੀ ਕਮਾਨ ਵਾ, ਇਹਨਾਂ ਦੀ ਜਿਹੜੀ ਬਾਗਡੋਰ ਉਹ ਗਧਿਆਂ ਦੇ ਹੱਥ ਵਾ। ਸਾਨੂੰ ਅੱਜ ਤੱਕ ਜਿਹੜੇ ਸਾਡੇ ਨਲਾਇਕ ਲੀਡਰ ਵਾ, ਖੋਤੇ ਜਿਹੜੇ ਲੀਡਰ ਵਾ, ਉਹਨਾਂ ਨੇ ਸਾਨੂੰ ਡੋਬਿਆ ਔਰ ਇਹ ਸਭ ਇਹਨਾਂ ਦੀ ਮਿਲੀ ਭੁਗਤ ਹੈਗੀ ਆ। ਅੱਜ ਭਾਵੇਂ ਉਹ ਕਾਂਗਰਸੀ ਨੇ ਭਾਵੇਂ ਅਕਾਲੀ ਨੇ, ਸਾਡੇ ਵੀ ਉਹਨਾਂ ਦੇ ਵਿੱਚ ਬੰਦੇ ਹੈਗੇ ਆ ਕਿ 1962 ਦੀ ਜਦੋਂ ਚਾਈਨਾ ਨਾਲ ਜੰਗ ਲੱਗੀ ਆ ਤੇ ਲਾਲ ਬਹਾਦਰ ਸ਼ਾਸਤਰੀ ਤੇ ਨਹਿਰੂ ਨੇ ਇੱਕ ਗੱਲ ਕਹੀ ਸੀ, ਦੇਸ਼ ਜਿਹੜਾ ਆ ਆਰਥਿਕ ਮੰਦਹਾਲੀ ਦੇ ਵਿੱਚ ਗੁਜ਼ਰ ਰਿਹਾ ਤੇ ਦੇਸ਼ ਦੇ ਜਿਹੜੇ ਨਾਗਰਿਕ ਆ ਉਹਨਾਂ ਨੂੰ ਆਉਣਾ ਚਾਹੀਦਾ। ਜਿੱਥੇ ਅਸੀਂ 99% ਕੁਰਬਾਨੀਆਂ ਕੀਤੀਆਂ ਸੀ, ਅੱਜ ਵੀ ਸਾਡੇ ਬੱਚੇ ਕੁਰਬਾਨੀਆਂ ਕਰ ਰਹੇ ਆ। ਉੱਥੇ ਉਸ ਵੇਲੇ ਮੈਡਮ 252 ਕਿਲੋ ਸੋਨਾ ਇਸ ਦੇਸ਼ ਦੇ ਵਿੱਚ ਇਕੱਠਾ ਹੋਇਆ ਸੀ। 8 ਕਰੋੜ ਰੁਪਈਆ ਪੂਰੇ ਦੇਸ਼ ਦੇ ਵਿੱਚੋਂ ਇਕੱਠਾ ਹੋਇਆ ਸੀ, ਜਿਹਦੇ ਵਿੱਚੋਂ 2 ਕੁਆਂਟਲ 47 ਕਿਲੋ ਕੱਲਾ ਪੰਜਾਬ ਦਾ ਸੋਨਾ ਸੀ ਔਰ ਜਿਹਦੇ ਵਿੱਚੋਂ 8 ਕਰੋੜ ਦੀ ਰਕਮ ਚੋਂ 4.25 ਕਰੋੜ ਰੁਪਈਆ ਜਿਹੜਾ ਸੀਗਾ ਉਹ ਪੰਜਾਬ ਦਾ ਸੀ। ਕੁਰਬਾਨੀਆਂ ਵੀ ਸਾਡੀ ਸਭ ਤੋਂ ਵੱਧ ਸੀ। ਅਸੀਂ ਇਸ ਦੇਸ਼ ਦੇ ਵਿੱਚ ਵਿਸ਼ਵਾਸ ਕੀਤਾ ਸੀ, ਪਰ ਅੱਜ ਸਾਨੂੰ ਇਹਨਾਂ ਦੇਸ਼ ਦੇ ਹਾਕਮਾਂ ਨੇ ਸਾਨੂੰ 2% ਆਇਆਂ ਨੂੰ ਸਾਨੂੰ ਜਿਹੜਾ ਹੈ ਗੁਲਾਮੀ ਦਾ ਅਹਿਸਾਸ ਕਰਾਇਆ ਔਰ ਇਹ ਸਾਨੂੰ ਇਸ ਦੇਸ਼ ਦੇ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਇੱਕ ਦੋ ਛੋਟੇ ਬੰਦਿਆਂ ਨੂੰ ਜੇਲ੍ਹਾਂ ਦੇ ਵਿੱਚ ਦੇ ਦੇਣਾ 30-35 ਸਾਲਾਂ ਦੇ ਬਾਅਦ ਉਹ ਇਨਸਾਫ ਨਹੀਂ ਹੁੰਦਾ। ਤੁਸੀਂ ਉਹਨਾਂ ਵਿਧਵਾਵਾਂ ਨੂੰ ਮੁਆਵਜ਼ੇ ਦੇ ਦੇਣਾ, ਇਹ ਇਨਸਾਫ ਨਹੀਂ ਹੁੰਦਾ। ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਸਿੱਖਾਂ ਦੀ ਨੁਮਾਇੰਦਗੀ ਕਰ ਰਿਹਾ ਔਰ ਦੂਸਰੇ ਪਾਸੇ ਮਾਇਆਵਤੀ ਇਹ ਟਵੀਟ ਕਰ ਰਹੀ। ਸ਼੍ਰੋਮਣੀ ਅਕਾਲੀ ਦਲ ਕੋਈ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦਾ। ਹੁਣ ਸਿਰਫ ਉਹਨਾਂ ਦੇ ਕੋਲੇ ਕਹਿਣ ਨੂੰ ਗੱਲ ਰਹਿ ਗਈ ਆ ਕਿ ਅਸੀਂ ਸਿੱਖਾਂ ਦੀ ਨੁਮਾਇੰਦਗੀ ਕਰਦੇ ਹਾਂ। ਪਿਛਲੇ 25-30 ਸਾਲ ਦੇ ਵਿੱਚ ਕੋਈ ਇੱਕ ਵਾਕਿਆ ਦੱਸਣ ਜਿੱਥੇ ਉਹਨਾਂ ਸਿੱਖਾਂ ਦੀ ਨੁਮਾਇੰਦਗੀ ਕੀਤੀ ਹੋਵੇ। ਮਸ਼ਾਲ ਮਾਰਚ ਇੱਥੇ ਕੱਢਿਆ ਜਾ ਰਿਹਾ ਹੈਗਾ ਆ ਜਿਹੜੇ ਨਵੰਬਰ ਦੇ ਵਿੱਚ ਕਤਲੇਆਮ ਹੋਇਆ ਸੀਗਾ, ਸਿੱਖਾਂ ਦਾ ਨਸਲਕੁਸ਼ੀ ਹੋਈ ਸੀ, ਉਸ ਨੂੰ ਲੈ ਕੇ ਇੱਥੇ ਮਸ਼ਾਲ ਮਾਰਚ ਕੱਢਿਆ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਗੁਰਦਾਸਪੁਰ ਦੇ ਵਿੱਚ ਇਹ ਮਾਰਚ ਕੱਢਿਆ ਜਾ ਰਿਹਾ। ਸੋ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਦੇ ਹਾਂ। ਪਹਿਲਾਂ ਤੁਹਾਨੂੰ ਮਾਰਚ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਨੌਜਵਾਨ ਜਿਹੜੇ ਉਹ ਮੌਜੂਦ ਨੇ ਔਰ ਹਿੰਦੂ ਇੰਡੀਆ ਅੰਦਰ 1984 ਤੋਂ ਆਰੰਭ ਹੋਈ ਦਮਨ ਜਬਰ ਤੇ ਨਸਲਕੁਸ਼ੀ ਦੀ ਰਾਜਨੀਤੀ ਜਾਰੀ ਹੈ। ਇਹ ਬੋਰਡ ਜਿਹੜਾ ਆ ਉਹ ਲੱਗਿਆ ਹੋਇਆ। ਸੋ ਉਸ ਬੋਰਡ ਤੋਂ ਪਿੱਛੇ ਜਿਹੜੇ ਆ ਬਾਕੀ ਮਿਸਾਲਾਂ ਬਾਲ ਕੇ ਜਿਹੜੇ ਉਸ ਨਸਲਕੁਸ਼ੀ ਦਾ ਵਿਰੋਧ ਕਰ ਰਹੇ ਨੇ, ਉਹਦੇ ਲਈ ਇਨਸਾਫ ਮੰਗ ਰਹੇ ਨੇ, ਉਹ ਇਨਸਾਫ ਮੰਗਣ ਵਾਲੇ ਜਿਹੜੇ ਨੇ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਔਰ ਤਸਵੀਰਾਂ ਜਿਹੜੀਆਂ ਨਾਲ ਦੀ ਨਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਮਾਰਚ ਦੀਆਂ, ਕਿਉਂਕਿ
ਉਹ ਜਿਹੜੇ 3 ਦਿਨ ਬੜੇ ਭਿਆਨਕ ਸੀਗੇ 1 ਨਵੰਬਰ 2 ਨਵੰਬਰ 3 ਨਵੰਬਰ ਇਹਨਾਂ 3 ਦਿਨਾਂ ਦੇ ਦੌਰਾਨ ਹਜ਼ਾਰਾਂ ਹੀ ਸਿੱਖਾਂ ਨੂੰ ਮਾਰ ਦਿੱਤਾ ਗਿਆ ਜਿੱਥੇ ਵੀ ਉਹ ਰਹਿੰਦੇ ਸੀਗੇ ਭਾਰਤ ਦੇ ਅੰਦਰ। ਔਰ ਉਸ ਤੋਂ ਬਾਅਦ ਜਿਹੜਾ ਸੀਗਾ ਇਨਸਾਫ ਵੀ ਉਹ ਅੱਜ ਤੱਕ ਨਹੀਂ ਮਿਲਿਆ। ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ। ਦਿੱਲੀ ਦੇ ਹਾਲਾਤਾਂ ਤੋਂ ਸਾਰੇ ਜਾਣੂ ਨੇ, ਪਰੰਤੂ ਹੋਰ ਵੀ ਬਹੁਤ ਜਗ੍ਹਾ ਦੇ ਉੱਪਰ ਅਜਿਹੇ ਹਾਲਾਤ ਦੇਖਣ ਨੂੰ ਮਿਲੇ ਸੀਗੇ। ਸੋ ਗੱਲਬਾਤ ਕਰਦੇ ਹਾਂ ਅੱਜ ਰੋਸ ਮਾਰਚ ਜਿਹੜਾ ਮਾਰਚ ਇੱਥੇ ਕੱਢਿਆ ਜਾ ਰਿਹਾ ਹੈ ਕਿਉਂਕਿ ਇਨਸਾਫ ਅੱਜ ਤੱਕ ਨਹੀਂ ਮਿਲਿਆ। ਨਵੰਬਰ ਨੂੰ ਲੈ ਕੇ ਨਸਲਕੁਸ਼ੀ ਜਿਹੜੀ ਹੋਈ ਸੀਗੀ, ਹੁਣ ਤੁਸੀਂ ਇਹ ਮਾਰਚ ਦੇ ਜ਼ਰੀਏ ਕਿਸ ਤਰੀਕੇ ਦੇ ਨਾਲ ਸਰਕਾਰ ਨੂੰ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਅੱਜ ਤੱਕ ਇਨਸਾਫ ਆਮ ਲੋਕਾਂ ਨੂੰ ਮਿਲਿਆ ਨਹੀਂ, ਕਿਵੇਂ ਇਨਸਾਫ ਮਿਲ ਸਕਦਾ ਸੀਗਾ? ਜੈਨੋਸਾਈਡ ਇਸ ਨੂੰ ਕਿਹਾ ਗਿਆ ਹੈ 1984 4 ਨਵੰਬਰ 1984 ਤੱਕ ਇਹੀ ਕੁਝ ਹੋਇਆ। ਸੋ ਕਿਸ ਤਰੀਕੇ ਨਾਲ ਬਿਆਨ ਕਰਨਾ ਚਾਹੁੰਦੇ ਹੋ? ਅਸੀਂ ਅੱਜ ਇਹ ਜਿਹੜਾ ਮਾਰਚ ਕਰ ਰਹੇ ਹਾਂ ਇਹ ਬਹੁਤ ਸਾਰੇ ਪਹਿਲੂਆਂ ਤੇ ਨੇ। ਅਸੀਂ ਸਾਡੇ ਲਈ ਇਨਸਾਫ ਦੇ ਅਰਥ 4 ਬੰਦਿਆਂ ਨੂੰ ਜੇਲ੍ਹ ਸੁੱਟਣਾ ਜਾਂ ਮੁਆਵਜ਼ੇ ਨਹੀਂ ਹੈ। ਸਾਡੇ ਲਈ ਇਨਸਾਫ ਦਾ ਅਰਥ ਹੈ ਕਿ ਜਿਹੜੇ ਉਹਦੇ ਮੂਲ ਕਾਰਨ ਨੇ ਜਿਨ੍ਹਾਂ ਕਰਕੇ ਇਹ ਚੀਜ਼ਾਂ ਵਾਪਰੀਆਂ ਨੇ ਉਹਦਾ ਸ਼ਾਂਤੀਪੂਰਵਕ ਹੱਲ ਕੀਤਾ ਜਾਵੇ। ਜਿਹੜੇ ਸਿੱਖ 1984 ਦੇ ਵਿੱਚ ਦਿੱਲੀ ਵਿੱਚ ਜਾਂ ਹੋਰ ਥਾਵਾਂ ਤੇ ਕਤਲ ਹੋਏ ਅਸੀਂ ਉਹਨਾਂ ਦੀ ਅੱਜ ਅਰਦਾਸ ਵੀ ਕੀਤੀ ਹੈ ਔਰ ਅਸੀਂ ਭਾਰਤ ਕੋਲੋਂ ਇਹਦੇ ਕੋਈ ਇਨਸਾਫ ਦੀ ਮੰਗ ਨਹੀਂ ਕਰਦੇ। ਜੇ ਸਾਡੀ ਕੋਈ ਆਸ ਥੋੜ੍ਹੀ ਬਹੁਤੀ ਬਚੀ ਆ ਅਸੀਂ ਅੱਡ ਮੌਕੇ ਤੇ UN ਨੂੰ ਅਪੀਲ ਕਰਦੇ ਹਾਂ ਬਾਰ-ਬਾਰ ਕਿ ਉਹ ਭਾਰਤ ਨੂੰ ਕਟਹਿਰੇ ਵਿੱਚ ਖੜਾ ਕਰੇ। ਉਹਨੂੰ ਪੁੱਛਿਆ ਜਾਵੇ ਕਿ ਜੋ ਭਾਰਤ ਦੇ ਅੰਦਰ ਘੱਟ ਗਿਣਤੀ ਕੌਮਾਂ ਨਾਲ ਵਾਪਰਿਆ ਉਹਦੀ ਜਵਾਬ ਤਲਬੀ ਹੋਵੇ। ਪਰ ਹੈਰਾਨੀ ਦੀ ਗੱਲ ਹੈ ਕਿ UNO ਵਰਗੀ ਸੰਸਥਾ ਵੀ ਛੋਟਿਆਂ ਦੇਸ਼ਾਂ ਨੂੰ ਦਬਕੇ ਮਾਰਨ 'ਚ ਮੋਹਰੀ ਹੋ ਜਾਂਦੀ ਹੈ ਪਰ ਭਾਰਤ ਵਰਗੇ ਦੇਸ਼ ਅੱਗੇ ਉਹ ਆਪਣਾ ਮੂੰਹ ਚੁੱਪ ਕਰ ਲੈਂਦੀ ਹੈ, ਮੂੰਹ ਸੀਲ ਕਰ ਲੈਂਦੀ ਹੈ। ਸੋ ਅਸੀਂ UNO ਨੂੰ ਅਪੀਲ ਕਰਦੇ ਹਾਂ ਕਿ ਉਹ ਭਾਰਤ ਨੂੰ ਕਟਹਿਰੇ ਵਿੱਚ ਖੜਾ ਕਰੇ ਔਰ ਜਿਹੜੀਆਂ ਸਿੱਖਾਂ ਦੀਆਂ ਕਸ਼ਮੀਰ ਦੀਆਂ ਜਾਂ ਹੋਰ ਭਾਰਤ ਅੰਦਰ ਵੱਸਦੇ ਨਸਲੀ ਘੱਟ ਗਿਣਤੀ ਕੌਮ ਹੈ ਉਹਨਾਂ ਦੇ ਜਿਹੜੇ ਮਸਲੇ ਆ ਉਹਨੂੰ ਰਿਜ਼ੋਲਵ ਕੀਤਾ ਜਾਵੇ। ਜਿਹੜਾ ਭਾਰਤ ਹਿੰਦੂ ਰਾਸ਼ਟਰ ਦੇ ਏਜੰਡੇ ਵੱਲ ਵੱਧ ਰਿਹਾ ਉਹਦੇ ਵਿੱਚ ਘੱਟ ਗਿਣਤੀ ਕੌਮਾਂ ਜਿਹੜੇ ਨਸਲੀ ਧਾਰਮਿਕ ਫਿਰਕੇ ਆ ਉਹਨਾਂ ਦਾ ਘਾਣ ਕੀਤਾ ਜਾ ਰਿਹਾ ਔਰ ਅਸੀਂ ਚਾਹੁੰਦੇ ਹਾਂ ਕਿ UNO ਅੱਖਾਂ ਨਾ ਮੀਟੇ, UNO ਚੁੱਪ ਨਾ ਕਰੇ, ਉਹ ਭਾਰਤ ਨੂੰ ਕਟਹਿਰੇ ਵਿੱਚ ਖੜਾ ਕਰੇ। ਬਿਲਕੁਲ ਮਿਸਾਲ ਅੱਜ ਬਾਲੀਆਂ ਗਈਆਂ ਨੇ। ਮਿਸਾਲ ਇੱਕ ਜਾਗਰਤੀ ਦਾ ਪ੍ਰਤੀਕ ਹੁੰਦੀਆਂ ਨੇ, ਇੱਕ ਚਾਨਣ ਦਾ ਪ੍ਰਤੀਕ ਹੁੰਦੀਆਂ ਨੇ ਔਰ ਤੁਸੀਂ UNO ਨੂੰ ਇਹਦੇ ਥਰੂ ਚਾਨਣ ਸੰਦੇਸ਼ ਭੇਜਣਾ ਚਾਹੁੰਦੇ ਹੋ? ਜੀ ਬਿਲਕੁਲ। ਸਾਡੀ ਮੰਗ ਸਿਰਫ UNO ਕੋਲ ਹੀ, ਅਸੀਂ ਭਾਰਤ ਕੋਲ ਤਾਂ ਪਹਿਲਾਂ ਵੀ ਇਨਸਾਫ ਦੀ ਕੋਈ ਆਸ ਨਹੀਂ ਰੱਖਦੇ ਕਿਉਂਕਿ ਇੰਡੀਅਨ ਸਟੇਟ ਆਪ ਇਨਵੋਲਵ ਹੈ। ਜਦੋਂ ਸਟੇਟ ਹੀ ਉਹਦੇ ਵਿੱਚ ਇਨਵੋਲਵ ਹੋਵੇ ਉਹਦੇ ਕੋਲੋਂ ਇੱਕ ਇਨਸਾਫ ਦੀ ਆਸ ਰੱਖਣੀ ਆਪਣੇ ਆਪ ਨੂੰ ਭੁਲੇਖੇ ਵਿੱਚ ਰੱਖਣ ਵਾਲੀ ਗੱਲ ਹੈ। ਪਰ ਅਸੀਂ ਦੁਨੀਆ ਭਰ ਦੇ ਜਿੱਥੇ ਸਿੱਖਾਂ ਨੂੰ ਲਾਮਬੰਦ ਕਰ ਰਹੇ ਹਾਂ ਇਹਨਾਂ ਨਸਲਕੁਸ਼ੀਆਂ ਦੇ ਖਿਲਾਫ ਔਰ ਅੱਜ ਉੱਥੇ ਭਾਰਤ ਨੂੰ ਸ਼ਰਮਸ਼ਾਰ ਵੀ ਕਰ ਰਹੇ ਹਾਂ ਦੁਨੀਆ ਦੇ ਅੰਦਰ ਕਿ 37 ਸਾਲ ਬੀਤਣ ਦੇ ਬਾਵਜੂਦ ਵੀ ਸਾਡੀਆਂ ਆਵਾਜ਼ਾਂ ਨੂੰ ਗੋਲੀ ਦੇ ਨਾਲ ਬੰਦੂਕ ਦੇ ਨਾਲ ਦਬਾਇਆ ਜਾ ਰਿਹਾ ਔਰ ਸਾਡੇ ਉੱਤੇ ਸੱਚੇ ਝੂਠੇ ਕੇਸ ਪਾ ਕੇ ਸਾਨੂੰ ਜੇਲ੍ਹਾਂ 'ਚ ਸੁੱਟਿਆ ਜਾ ਰਿਹਾ। ਬਿਲਕੁਲ। ਔਰ ਅੱਜ ਜਿਹੜੇ 3-4 ਦਿਨ ਜਿਹੜੇ ਸਿੱਖਾਂ ਨੇ ਹੰਡਾਏ ਨੇ, ਦਿੱਲੀ ਦੇ ਹਾਲਾਤ ਅਸੀਂ ਸੁਣਦੇ ਹਾਂ ਤਾਂ ਜਿੱਥੇ ਵੀ ਸਿੱਖ ਮੌਜੂਦ ਸੀਗੇ ਭਾਰਤ ਦੇ ਅੰਦਰ, ਪੰਜਾਬ ਤੋਂ ਇਲਾਵਾ ਜੇ ਅਸੀਂ ਗੱਲ ਕਰਦੇ ਹਾਂ ਤਾਂ ਉਹਨਾਂ ਸਾਰੇ ਹੀ ਥਾਵਾਂ ਦੇ ਉੱਪਰ ਸਿੱਖਾਂ ਨੂੰ ਟਾਇਰ ਪਾ ਕੇ ਸਾੜ ਦਿੱਤਾ ਗਿਆ, ਸਿੱਖਾਂ ਤੇ ਤੇਲ ਪਾਇਆ ਗਿਆ, ਸਿੱਖਾਂ ਦੀਆਂ ਕੁੜੀਆਂ ਨੂੰ ਜਬਰੀ ਉਠਾ ਲਿਆ ਗਿਆ, ਸਿੱਖਾਂ ਦੇ ਬੱਚਿਆਂ ਨੂੰ ਸਾੜ ਦਿੱਤਾ ਗਿਆ। ਛੋਟੇ ਬੱਚਿਆਂ ਨੂੰ ਜੇ ਅਸੀਂ ਸੁਣਦੇ ਹਾਂ ਤਾਂ ਇੱਕ ਮਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ 4 ਬੱਚਿਆਂ ਨੂੰ ਸੜਦੇ ਹੋਏ ਦੇਖਿਆ ਜਿੱਥੇ ਬੱਚੇ ਮਾਂ ਪਿਓ ਜਾਂ ਮੰਮੀ ਪਾਪਾ ਕਹਿ ਕੇ ਪੁਕਾਰ ਰਹੇ ਸੀ ਔਰ ਮਾਂ ਜਿਹੜੀ ਉਹ ਕੁਛ ਨਹੀਂ ਕਰ ਸਕੀ। ਕਿ ਅਜਿਹੇ ਹਾਲਾਤਾਂ ਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਹੁਣ ਇੱਕ ਘਟਨਾ ਹੁੰਦੀ ਕੋਈ ਵੀ ਕਿਤੇ ਛੋਟੀ ਮੋਟੀ ਘਟਨਾ ਹੁੰਦੀ ਤਾਂ ਉੱਥੇ ਬਿਆਨਬਾਜ਼ੀਆਂ ਆਉਂਦੀਆਂ ਨੇ, ਵੱਡੇ ਲੀਡਰਾਂ ਦੀਆਂ ਆਉਂਦੀਆਂ ਨੇ। ਐਡੀ ਵੱਡੀ ਨਸਲਕੁਸ਼ੀ ਹੋਈ ਹੋਵੇ ਤਾਂ ਉਦੋਂ ਕਿੰਨੇ ਕੁ ਲੀਡਰਾਂ ਦੇ ਬਿਆਨ ਆਏ ਸੀ ਔਰ ਕਿੰਨੇ ਕੁ ਲੋਕਾਂ ਨੇ ਇਨਸਾਫ ਦੀ ਗੁਹਾਰ ਲਾਈ ਸੀ? ਦੇਖੋ 1984 ਦੇ ਇਸ ਮਸਲੇ ਦੇ ਵਿੱਚ ਜਿੱਥੇ ਸਟੇਟ ਆਪ ਇਨਵੋਲਵ ਸੀ ਉੱਥੋਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਵੀ ਸੀ ਉਹਨਾਂ ਨੇ ਵੀ ਇਹਦੀ ਚੁੱਪ ਰਹਿ ਕੇ ਜਾਂ ਜਿਵੇਂ ਹੁੰਦਾ ਨਾ ਕਿ ਸਾਇਲੈਂਟ ਚੁੱਪ ਰਹਿ ਕੇ ਉਹਦੀ ਸਮਰਥਨ ਕੀਤਾ। ਉਸ ਤੋਂ ਬਾਅਦ ਜਿਹੜੀ 84 ਤੋਂ ਬਾਅਦ ਜਿਹੜੀ ਇੱਥੇ ਕਾਂਗਰਸ ਦੀ ਸਰਕਾਰ ਬਣਨਾ ਇਹ ਗੱਲ ਸਪਸ਼ਟ ਕਰਦੀ ਹੈ ਕਿ ਭਾਰਤ ਦੀ ਬਹੁ ਗਿਣਤੀ ਸਿੱਖਾਂ ਦੀ ਇਸ ਨਸਲਕੁਸ਼ੀ ਦੇ ਵਿੱਚ ਸ਼ਾਮਲ ਸੀ। ਜੇ ਇਹਦਾ ਇੱਕ ਹੋਰ ਦੇਖਣਾ ਹੋਵੇ ਮਿਸਾਲ, ਇੰਨੇ ਸਾਲ ਬੀਤਣ ਦੇ ਬਾਵਜੂਦ ਵੀ ਅੱਜ ਤੱਕ ਸਿੱਖਾਂ ਦੀ ਕਿਤੇ ਸੁਣਵਾਈ ਨਾ ਹੋਣਾ, ਵੱਖਰੀਆਂ ਸਰਕਾਰਾਂ ਬਣਨ ਦੇ ਬਾਵਜੂਦ ਇਹ ਗੱਲ ਸਪਸ਼ਟ ਕਰਦੀ ਹੈ ਕਿ ਬਹੁ ਗਿਣਤੀ ਜਿਹੜੀ ਹੈ ਉਹ ਘੱਟ ਗਿਣਤੀ ਕੌਮਾਂ ਦੀ ਜਿਹੜੀ ਨਸਲਕੁਸ਼ੀ ਹੋ ਰਹੀ ਉਹਨਾਂ ਦਾ ਘਾਣ ਹੋ ਰਿਹਾ ਉਹਦੇ ਬਾਰੇ ਖਾਮੋਸ਼ ਹੈ। ਬਿਲਕੁਲ ਜੀ। ਹੋਰ ਵੀ ਇੱਥੇ ਮੌਜੂਦ ਹੈਗੇ ਨੇ ਜਿਹੜੇ ਨਵੰਬਰ 1984 ਕਤਲੇਆਮ ਦੰਗੇ ਨਹੀਂ ਸਿੱਖ ਨਸਲਕੁਸ਼ੀ ਹੈ ਇਹ ਪੋਸਟਰ ਜਿਹੜੇ ਫੜੇ ਹੋਏ ਨੇ
और इधर दोषी अक्यूज्ड नवंबर 84 से कतलेआम की संयुक्त राष्ट्र जांच करे, यानी कि यूएनओ तो जांच करने की मंग जी दोहराई जा रही है। की लगता है कि इन्ना समा बीत गया अज तक जांच नहीं हुई, हुण तुसीं फिर इस मंग नूं दोहरा रहे हो, यूएनओ तुहाडी गल सुनेगा? देखो भैन जी, सब तो तुहाडा बहुत बहुत धन्नवाद। देखो 37 वरे हो गए ने, 9 कमीशन बैठ गए ने हुण तक, 10,000 साडे सिख भरा ते साडीਆਂ ਭੈਣਾਂ ਦੀ ਬੇਪਤੀ ਅੱਜ ਤੋਂ 37 ਵਰੇ ਦੇਸ਼ ਦੀ ਰਾਜਧਾਨੀ ਵਿੱਚ ਕੀਤੀ ਗਈ ਆ। ਸਾਨੂੰ ਅੱਗੇ ਤੋਂ ਵੀ ਕੋਈ ਉਮੀਦ ਨਹੀਂ ਹੈਗੀ ਇਸ ਹਿੰਦ ਹਕੂਮਤ ਤੋਂ। ਸਿਰਫ ਅਸੀਂ ਯੂਐਨਓ ਨੂੰ, ਮਨੁੱਖੀ ਅਧਿਕਾਰਾਂ ਦੇ ਜਿਹੜੇ ਲੰਬਰਦਾਰ ਮੁਲਕ ਨੇ, ਉਹਨਾਂ ਨੂੰ ਅੱਜ ਦੱਸਣਾ ਚਾਹੁੰਦੇ ਆ ਕਿ ਸਿੱਖ ਆਪਣੇ ਜ਼ਖਮਾਂ ਨੂੰ ਭੁੱਲੇ ਨਹੀਂ ਹੈਗੇ। ਅੱਜ ਆਪਾਂ ਜ਼ਖਮ ਕਰੇਦ ਕੇ ਇਹ ਦੁਨੀਆ ਨੂੰ ਦੱਸਣਾ ਚਾਹੁੰਦੇ ਆ ਕਿ ਜਿਵੇਂ ਅਫਗਾਨਿਸਤਾਨ ਦੇ ਵਿੱਚ ਅਸੀਂ ਨਹੀਂ ਕਹਿੰਦੇ ਕਿ ਉੱਥੇ ਹੀ ਵਾਇਲੈਂਸ ਹੋਵੇ, ਜਿਵੇਂ ਤੁਸੀਂ ਉੱਥੇ ਦੀ ਆਵਾਜ਼ ਉਠਾਉਂਦੇ ਹੋ, ਸਾਡੀ ਵੀ 37 ਵਰਿਆਂ ਦੇ ਵਿੱਚ ਇੱਕ ਯੂਐਨਓ ਜਿਹੜੀ ਆ ਇੱਕ ਰਹਿਮ ਦੀ ਅਪੀਲ ਆਪਾਂ ਕਵਾਂਗੇ, ਤੇ ਇਹ ਸਾਡੀ ਜਾਣੀ ਚਾਹੀਦੀ ਯੂਐਨ ਤੱਕ। ਥੈਂਕ ਯੂ। ਸੋ ਇੱਕ ਆਵਾਜ਼ ਉਠਾਉਣ ਦੀ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਅੱਜ ਦਾ ਮੇਨ ਮੋਟਿਵ ਇਹੀ ਹੈ ਕਿ ਯੂਨਾਈਟਿਡ ਨੇਸ਼ਨਸ ਜਿਹੜੇ ਹੈਗਾ ਆ, ਯੂਐਨਓ ਯੂਨਾਈਟਿਡ ਨੇਸ਼ਨਸ ਆਫ ਆਰਗੇਨਾਈਜੇਸ਼ਨ, ਲੋਕਾਂ ਦੀ ਜਿਹੜੇ ਮਾਰੇ ਗਏ ਨੇ, ਜਿਹੜੇ ਸਿੱਖ ਹੋਣ ਦੇ ਨਾਮ ਤੇ ਜਿਨ੍ਹਾਂ ਨੂੰ ਪਹਿਚਾਣ ਕੇ, ਜਿਨ੍ਹਾਂ ਦੇ ਘਰਾਂ ਦੇ ਮਾਰਕ ਕਰਕੇ ਜਿਨ੍ਹਾਂ ਨੂੰ ਮਾਰਿਆ ਗਿਆ ਸੀਗਾ, ਕਾਂਗਰਸ ਹਕੂਮਤ ਸੀਗੀ ਉਦੋਂ, ਔਰ ਉਸ ਤੋਂ ਬਾਅਦ ਅੱਜ ਤੱਕ 37 ਵਰੇ ਬੀਤ ਗਏ ਨੇ, ਇਨਸਾਫ ਲੋਕਾਂ ਨੂੰ ਨਹੀਂ ਮਿਲਿਆ। ਜੇ ਇਨਸਾਫ ਦੀ ਵੀ ਗੱਲ ਕਰਾਂਗੇ ਤਾਂ ਉਹਨਾਂ ਦੀਆਂ ਜਿਹੜੀਆਂ ਬੀਬੀਆਂ ਬੱਚੀਆਂ ਸੀਗੀਆਂ, ਜਿਹੜੀਆਂ ਔਰਤਾਂ ਬੱਚੀਆਂ ਸੀਗੀਆਂ, ਉਹ ਦਰ ਤੇ ਠੋਕਰਾਂ ਖਾਣ ਦੇ ਲਈ ਮਜਬੂਰ ਨੇ। ਇਸ ਸਮੇਂ ਦੇ ਦੌਰਾਨ ਵੀ ਅਸੀਂ ਉਹ ਵੀ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ। ਸੋ ਅੱਜ ਜਿਹੜਾ ਇਹ ਮਾਰਚ ਕੱਢਿਆ ਜਾ ਰਿਹਾ, ਮਸ਼ਾਲ ਮਾਰਚ ਕੱਢਿਆ ਜਾ ਰਿਹਾ, ਅੱਜ ਦੇ ਇਸ ਮਾਰਚ ਦੇ ਵਿੱਚ ਯੂਐਨਓ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਕਿਉਂਕਿ ਬਹੁਤ ਵੱਡੇ ਪੱਧਰ ਤੇ ਯੂਐਨਓ ਵੈਸੇ ਸਟੈਂਡ ਲੈਂਦਾ ਹੈ, ਪਰ ਇਹ ਕਿਉਂ ਇੰਨਾ ਲੰਮਾ ਸਮਾਂ ਲੱਗਿਆ ਕਿ ਇਸ ਮਸਲੇ ਦੇ ਉੱਪਰ ਯੂਐਨਓ ਦਾ ਕੋਈ ਵੀ ਰਿਸਪੌਂਸ ਨਹੀਂ ਆਇਆ? ਦੇਖੋ, ਇਸ ਦੇਸ਼ ਦੇ ਵਿੱਚ ਜਿਹੜੇ ਛੋਟੇ ਕੰਟਰੀ ਆ, ਉਹਨਾਂ ਵਾਸਤੇ ਤਾਂ ਯੂਐਨਓ ਜਿਹੜੀ ਆ ਝੱਟ ਬਿਆਨਬਾਜ਼ੀ ਸਾਰਾ ਕੁਛ ਆ ਰਿਹਾ। ਅੱਜ ਇਸ ਦੇਸ਼ ਦੇ ਵਿੱਚ ਇੱਕ ਘੱਟ ਗਿਣਤੀ ਕਮਿਊਨਿਟੀ ਦਾ, ਜਿਨ੍ਹਾਂ ਨੇ ਦੇਸ਼ ਦੇ ਵਿੱਚ 99% ਆਜ਼ਾਦੀ ਦੇ ਵਿੱਚ ਰੋਲ ਅਦਾ ਕੀਤਾ, ਔਰ ਅੱਜ ਉਸ ਦੇਸ਼ ਦੇ ਵਿੱਚ ਇਸ ਕਮਿਊਨਿਟੀ ਨੂੰ ਟਾਰਗੇਟ ਕੀਤਾ। ਇਸ ਦੇਸ਼ ਦੇ ਵਿੱਚ ਜਿਹੜੇ ਘੱਟ ਗਿਣਤੀ ਲੋਕ ਆ ਉਹ ਗੁਲਾਮ ਆ, ਔਰ ਸਾਨੂੰ ਇਸ ਗੁਲਾਮੀ ਦਾ ਜਿਹੜਾ ਆ ਇੱਕ ਨਾ ਇਨਸਾਫ ਦੇਣਾ, ਸਾਨੂੰ ਇੱਕ ਗੁਲਾਮੀ ਦਾ ਅਹਿਸਾਸ ਕਰਾਉਣਾ, ਔਰ ਅਸੀਂ ਇਸ ਦੇਸ਼ ਦੇ ਵਿੱਚ ਗੁਲਾਮ ਆ। ਤੇ ਸਾਨੂੰ ਜਿਹੜਾ ਇਹ ਸਰਕਾਰਾਂ ਜਿਹੜੀਆਂ ਆ ਇਹ ਗੁਲਾਮੀ ਦਾ ਅਹਿਸਾਸ ਕਰਾਉਂਦੇ ਕਿ ਯੂਐਨਓ ਦੇ ਉੱਪਰ ਯਕੀਨ ਕਰਕੇ ਅੱਜ ਇਹ ਮਾਰਚ ਵੀ ਕੱਢਿਆ ਜਾ ਰਿਹਾ ਕਿ ਯੂਐਨਓ ਨੂੰ ਕਿਹਾ ਜਾ ਰਿਹਾ ਹੈ ਕਿ ਬਿਲਕੁਲ ਇਹਨਾਂ ਲੋਕਾਂ ਦੀ ਸੁਣਵਾਈ ਹੋਣੀ ਚਾਹੀਦੀ। 37 ਵਰੇ ਬੀਤ ਗਏ ਨੇ ਨਸਲਕੁਸ਼ੀ ਹੋਇਆਂ ਨੂੰ, 37 ਵਰੇ ਬਾਅਦ ਵੀ ਜਿਹੜਾ ਯੂਐਨਓ ਇਸ ਤੇ ਰਿਸਪੌਂਸ ਕਿਉਂ ਨਹੀਂ ਦੇ ਸਕੇ? ਮੈਡਮ, ਕਾਰਨ ਇਹ ਆ ਕਿ ਕਨਮਿੰਗਮ ਆ, ਅੰਗਰੇਜ਼ ਫਿਲਾਸਫਰ, ਉਹ ਲਿਖਦਾ ਕਿ ਜਿਹੜੀ ਘੱਟ ਗਿਣਤੀ ਸਿੱਖ ਕੌਮ ਜਿਹੜੀ ਦੇਸ਼ ਦੇ ਵਿੱਚ ਹੈਗੀ ਆ, ਇੰਡੀਆ ਦੇ ਵਿੱਚ ਆ ਜਾਂ ਭਾਰਤ ਦੇ ਵਿੱਚ ਆ, ਬੜੀ ਬਹਾਦਰ ਕੌਮ ਆ, ਕੋਈ ਸ਼ੱਕ ਨਹੀਂ ਕੀਤੀ ਜਾ ਸਕਦੀ। ਪਰ ਇਹਨਾਂ ਦੀ ਜਿਹੜੀ ਕਮਾਨ ਵਾ, ਇਹਨਾਂ ਦੀ ਜਿਹੜੀ ਬਾਗਡੋਰ, ਉਹ ਗਧਿਆਂ ਦੇ ਹੱਥ ਵਾ। ਸਾਨੂੰ ਅੱਜ ਤੱਕ ਜਿਹੜੇ ਸਾਡੇ ਨਲਾਇਕ ਲੀਡਰ ਵਾ, ਖੋਤੇ ਜਿਹੜੇ ਲੀਡਰ ਵਾ, ਉਹਨਾਂ ਨੇ ਸਾਨੂੰ ਡੋਬਿਆ, ਔਰ ਇਹ ਸਭ ਇਹਨਾਂ ਦੀ ਮਿਲੀ ਭੁਗਤ ਹੈਗੀ ਆ। ਅੱਜ ਭਾਵੇਂ ਉਹ ਕਾਂਗਰਸੀ ਨੇ, ਭਾਵੇਂ ਅਕਾਲੀ ਨੇ, ਸਾਡੇ ਵੀ ਉਹਨਾਂ ਦੇ ਵਿੱਚ ਬੰਦੇ ਹੈਗੇ ਆ, ਉਹ ਕੋਈ ਵੀ ਸਾਡੀ ਭਾਰਤੀ ਸੰਵਿਧਾਨ ਦੇ ਅੰਦਰ ਇਹਦੀ ਕੋਈ ਸੁਣਵਾਈ ਹੋਈ? ਬਿਲਕੁਲ, ਬੜੇ ਕਮਿਸ਼ਨ ਬਣੇ, ਅੱਜ ਤਾਈਂ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ। ਭਾਰਤੀ ਸੰਵਿਧਾਨ ਦੇ ਵਿੱਚ ਕੋਈ ਵੀ ਇਨਸਾਫ? ਕੋਈ ਸਾਡੇ ਵਾਸਤੇ ਕੁਝ ਇਨਸਾਫ, ਇਹ ਜ਼ੁਲਮ ਹੀ ਹੋਏ। 1962 ਦੀ ਗੱਲ ਵੀ ਤੁਸੀਂ ਜਿਵੇਂ ਕੀਤੀ ਸੀਗੀ ਕਿ ਉਦੋਂ ਆਰਥਿਕ ਮੰਦਹਾਲੀ ਜਿਹੜੀ ਪੂਰੇ ਭਾਰਤ 'ਚ ਛਾਈ ਪਈ ਸੀਗੀ। ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ 1947 ਦੀ, ਉਦੋਂ ਵੀ ਵੱਡੇ ਪੱਧਰ ਦੇ ਉੱਪਰ ਸਿੱਖਾਂ ਦੀਆਂ ਕੁਰਬਾਨੀਆਂ ਸੀ। 1962 ਦੇ ਵਿੱਚ ਜਦੋਂ ਆਰਥਿਕ ਮੰਦਹਾਲੀ ਸੀ, ਉਸ ਨੂੰ ਦੂਰ ਕਰਨ ਦੇ ਲਈ ਵੀ ਸਿੱਖ ਮੋਹਰੇ ਹੋਏ, ਤੁਸੀਂ ਦੱਸਿਆ ਸੀਗਾ, ਉਹ ਜ਼ਰੂਰ ਮੈਂ ਬੇਨਤੀ ਕਰਾਂ ਕਿ 1962 ਦੀ ਜਦੋਂ ਚਾਈਨਾ ਨਾਲ ਜੰਗ ਲੱਗੀ ਆ, ਤੇ ਲਾਲ ਬਹਾਦਰ ਸ਼ਾਸਤਰੀ ਤੇ ਨਹਿਰੂ ਨੇ ਇੱਕ ਗੱਲ ਕਹੀ ਸੀ, ਦੇਸ਼ ਜਿਹੜਾ ਆ ਆਰਥਿਕ ਮੰਦਹਾਲੀ ਦੇ ਵਿੱਚ ਗੁਜ਼ਰ ਰਿਹਾ, ਤੇ ਦੇਸ਼ ਦੇ ਜਿਹੜੇ ਨਾਗਰਿਕ ਆ ਉਹਨਾਂ ਨੂੰ ਆਉਣਾ ਚਾਹੀਦਾ। ਜਿੱਥੇ ਅਸੀਂ 99% ਕੁਰਬਾਨੀਆਂ ਕੀਤੀਆਂ ਸੀ, ਅੱਜ ਵੀ ਸਾਡੇ ਬੱਚੇ ਕੁਰਬਾਨੀਆਂ ਕਰ ਰਹੇ ਆ, ਉੱਥੇ ਉਸ ਵੇਲੇ ਮੈਡਮ 252 ਕਿਲੋ ਸੋਨਾ ਇਸ ਦੇਸ਼ ਦੇ ਵਿੱਚ ਇਕੱਠਾ ਹੋਇਆ ਸੀ। 8 ਕਰੋੜ ਰੁਪਈਆ ਪੂਰੇ ਦੇਸ਼ ਦੇ ਵਿੱਚੋਂ ਇਕੱਠਾ ਹੋਇਆ ਸੀ, ਜਿਹਦੇ ਵਿੱਚੋਂ 2 ਕੁਆਂਟਲ 47 ਕਿਲੋ ਕੱਲਾ ਪੰਜਾਬ ਦਾ ਸੋਨਾ ਸੀ, ਔਰ ਜਿਹਦੇ ਵਿੱਚੋਂ 8 ਕਰੋੜ ਦੀ ਰਕਮ ਚੋਂ 4.25 ਕਰੋੜ ਰੁਪਈਆ ਜਿਹੜਾ ਸੀਗਾ ਉਹ ਪੰਜਾਬ ਦਾ ਸੀ। ਕੁਰਬਾਨੀਆਂ ਵੀ ਸਾਡੀ ਸਭ ਤੋਂ ਵੱਧ ਸੀ। ਅਸੀਂ ਇਸ ਦੇਸ਼ ਦੇ ਵਿੱਚ ਵਿਸ਼ਵਾਸ ਕੀਤਾ ਸੀ, ਪਰ ਅੱਜ ਸਾਨੂੰ ਇਹਨਾਂ ਦੇਸ਼ ਦੇ ਹਾਕਮਾਂ ਨੇ ਸਾਨੂੰ 2% ਆਇਆਂ ਨੂੰ ਸਾਨੂੰ ਜਿਹੜਾ ਹੈ ਗੁਲਾਮੀ ਦਾ ਅਹਿਸਾਸ ਕਰਾਇਆ, ਔਰ ਇਹ ਸਾਨੂੰ ਇਸ ਦੇਸ਼ ਦੇ ਵਿੱਚ ਰਹਿੰਦਿਆਂ ਹੋਇਆਂ
ਸਾਨੂੰ ਇਨਸਾਫ ਨਹੀਂ ਮਿਲ ਸਕਦਾ। ਮੈਂ ਇੰਨੇ ਕਿਸਾਨੀ ਅੰਦੋਲਨ ਵੀ ਚੱਲ ਰਿਹਾ, ਉੱਥੇ ਵੀ ਬਹੁਤ ਸਾਰੀਆਂ ਮੰਗਾਂ ਕਹੀਆਂ ਜਾ ਰਹੀਆਂ ਨੇ, ਜਿਹੜੀਆਂ ਆਨੰਦਪੁਰ ਸਾਹਿਬ ਦੇ ਮਤੇ ਦੇ ਨਾਲ ਸਾਰੀਆਂ ਰਲਦੀਆਂ ਮਿਲਦੀਆਂ ਨੇ। ਜੋ ਮਤੇ ਦੇ ਵਿੱਚ ਸੀਗਾ ਉਹੀ ਸੇਮ ਹੈ। ਮਤੇ ਉਦੋਂ ਉਨਾ ਚਿਰ ਸੀਗਾ ਜਿੰਨਾ ਚਿਰ ਸੰਤ ਜਰਨੈਲ ਸਾਡੇ ਨਾਲ ਜ਼ੁਲਮ ਨਹੀਂ ਹੋਇਆ। ਜਦੋਂ ਸਾਡੇ ਨਾਲ ਇਸ ਦੇਸ਼ ਦੇ ਵਿੱਚ ਜ਼ੁਲਮ ਹੋਇਆ ਫਿਰ ਅਸੀਂ ਤਹੀਆ ਕੀਤਾ ਕਿ ਅਸੀਂ ਇਸ ਦੇਸ਼ ਦੇ ਨਾਲ ਰਹਿ ਕੇ ਕੀ ਕਰਨਾ, ਸਾਨੂੰ ਆਪਣਾ ਜਿਹੜਾ ਖਾਸ ਗੱਲ ਕਿ ਇੱਕ ਇਨਸਾਨ ਨੂੰ ਜਦੋਂ ਇੰਦਰਾ ਗਾਂਧੀ ਸੀਗੀ ਉਹਨਾਂ ਨੂੰ ਮਾਰ ਦਿੱਤਾ ਗਿਆ, ਉਸ ਤੋਂ ਬਾਅਦ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਚੁਣ ਕੇ ਮਾਰਨਾ, ਇਹ ਕਿਸ ਸੰਵਿਧਾਨ 'ਚ ਲਿਖਿਆ? ਦੇਖੋ ਇਹ ਤਾਂ ਹੁਣ ਇਹ ਉਹਨਾਂ ਦੀ ਮਾਨਸਿਕਤਾ। ਅਸੀਂ ਜਦੋਂ ਅਸੀਂ ਸੰਵਿਧਾਨ ਦੀ ਗੱਲ ਕਰਦੇ ਹਾਂ, ਸੰਵਿਧਾਨ ਚਾਹੁੰਦਾ ਹੈ ਕਿ ਕਾਨੂੰਨ ਖੁਦ ਬੋ ਖੁਦ ਸਜ਼ਾ ਦੇਊਗਾ। ਸੰਵਿਧਾਨ 'ਚ ਇਹ ਕਿਹਾ ਜਾਂਦਾ। ਹੁਣ ਵੀ ਇੱਕ ਲਖੀਮਪੁਰ ਦੀ ਘਟਨਾ ਹੋਈ ਸੀ, ਉਸ ਵਿੱਚ ਵੀ ਇਹੀ ਕਿਹਾ ਗਿਆ ਸੀਗਾ ਕਿ ਕਾਨੂੰਨ ਖੁਦ ਸਜ਼ਾ ਦਿੰਦਾ। ਔਰ ਜਿਹੜੇ ਮਾਰਨ ਵਾਲੇ ਸੀਗੇ ਨਿਹੰਗ ਸਿੰਘ, ਉਹਨਾਂ ਨੇ ਆਪਣੇ ਆਪ ਨੂੰ ਅਰੈਸਟ ਵੀ ਕਰਵਾ ਲਿਆ, ਉੱਥੇ ਆਪਣੀ ਗ੍ਰਿਫਤਾਰੀ ਵੀ ਦੇ ਦਿੱਤੀ। ਸੋ ਕਾਨੂੰਨ ਅੱਗੇ ਫੈਸਲਾ ਕਰੂ ਕੀ ਹੋਣਾ। ਔਰ ਇੱਥੇ ਜੇ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਸੀਗਾ ਤਾਂ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀਗਾ, ਜਿਨ੍ਹਾਂ ਨੇ ਮਾਰਿਆ ਸੀ। ਔਰ ਉਸ ਤੋਂ ਬਾਅਦ ਫਿਰ ਬਾਕੀ ਲੋਕਾਂ ਨੂੰ ਮਾਰਨ ਦਾ ਕੀ ਕਾਰਨ ਸੀ? ਔਰ ਕੀ ਭਾਰਤ ਦੀ ਪੁਲਿਸ ਦੇ ਕੋਲ ਇੰਨਾ ਵੀ ਪੋਸੀਬਲ ਨਹੀਂ ਹੈਗਾ ਕਿ ਉਹ ਇਸ ਨੂੰ ਰੋਕ ਸਕਦੀ? ਬਿਲਕੁਲ। ਉਸ ਵੇਲੇ ਜਿਹੜਾ ਲੋਕਤੰਤਰ ਜਿਹਨੂੰ ਅਸੀਂ ਕਹਿੰਦੇ ਆ, ਉਸ ਵੇਲੇ ਜਿਹੜੀ ਇਹਨਾਂ ਦੀ ਸਾਰੀ ਮਸ਼ੀਨਰੀ ਜਿਹੜੀ ਆ ਇਹ ਨਾਲ ਸੀ ਉਹਨਾਂ ਦੇ, ਔਰ ਲੋਕਾਂ ਦੀਆਂ ਨਿਸ਼ਾਨਦੇਹੀਆਂ ਕਰਕੇ ਘਰਾਂ ਦੀਆਂ ਕਰਕੇ ਇਸ ਪੂਰੇ ਦੇਸ਼ ਦੇ ਵਿੱਚ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਕੇ ਉਹਦਾ ਕਤਲੇਆਮ ਕੀਤਾ। ਇਹ ਫੈਕਟ ਆ ਕਿ ਜਿਹੜੀਆਂ ਬਹਾਦਰ ਕੌਮਾਂ ਹੁੰਦੀਆਂ ਉਹਨਾਂ ਨੂੰ ਸਰਕਾਰਾਂ ਨੂੰ ਪਤਾ ਹੁੰਦਾ ਕਿ ਅਸੀਂ ਇਹਨਾਂ ਕੌਮਾਂ ਨੂੰ ਕਿੱਦਾਂ ਦੂਸਰਾ ਕਰਨਾ। ਇਸ ਕਰਕੇ ਉਹ ਇੱਕ ਸਾਨੂੰ ਸਿਰਫ ਅਸੀਂ ਆਪਣੇ ਹੱਕ ਮੰਗਦੇ ਸੀ, ਸਿਰਫ ਉਹਨਾਂ ਦਾ ਇਹ ਵੀ ਸੀ ਆਪਾਂ ਇਸ ਬਿਆਨ ਆਉਂਦੇ ਸੀ ਉਹਨਾਂ ਦੇ ਕਿ ਅਸੀਂ ਇਹਨਾਂ ਨੂੰ ਸਬਕ ਸਿਖਾ ਲੈਣਾ, ਉਹ ਸਾਨੂੰ ਸਬਕ ਸਿਖਾਇਆ ਉਹਨਾਂ ਨੇ। ਯਾਨੀ ਕਿ 1984 ਦਾ ਇਨਸਾਫ ਇਹ ਜਿਹੜਾ ਨਵੰਬਰ ਦੇ ਵਿੱਚ ਕਤਲੇਆਮ ਹੋਇਆ ਸੀਗਾ ਉਹ ਕਿਤੇ ਨਾ ਕਿਤੇ ਨਹੀਂ ਮਿਲਿਆ। ਔਰ UNO ਤੋਂ ਮੰਗ ਕੀਤੀ ਜਾ ਰਹੀ ਹੈ ਕਿ UNO ਜਿਹੜਾ ਹੈ ਇਸ 'ਤੇ ਕੋਈ ਸਟੈਂਡ ਲਵੇ। 37 ਸਾਲ ਬੀਤ ਚੁੱਕੇ ਨੇ। ਸੋ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਮੌਜੂਦ ਨੇ, ਲੋਕ ਜਿਹੜੇ ਇੱਥੇ ਆਏ ਹੋਏ ਨੇ ਉਹ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਿਸਾਲ ਮਾਰਚ ਜਿਹੜਾ ਹੈ ਕੱਢਿਆ ਜਾ ਰਿਹਾ ਗੁਰਦਾਸਪੁਰ ਦੇ ਵਿੱਚ। ਸੋ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅੱਜ 3 ਨਵੰਬਰ ਤੱਕ 4 ਨਵੰਬਰ ਤੱਕ ਜਿਹੜਾ ਕਤਲੇਆਮ 1984 ਵਿੱਚ ਹੋਇਆ ਸੀਗਾ, ਉਸ ਦੇ ਲਈ ਤੁਸੀਂ ਮਾਰਚ ਕੱਢ ਰਹੇ ਹੋ। UNO ਦੇ ਲਈ ਵੀ ਤੁਸੀਂ ਕਹਿ ਰਹੇ ਹੋ ਕਿ UNO ਇਸ ਚੀਜ਼ ਦੇ ਉੱਪਰ ਸੰਜੀਦਾ ਹੋਵੇ ਔਰ ਲੋਕਾਂ ਦੀ ਗੱਲ ਸੁਣੇ। ਸੋ ਕੀ ਖਾਸ ਕਾਰਨ ਹੋਰ ਕੀ ਹੈ? ਦੇਖੋ, ਨਵੰਬਰ 1984 ਦੇ ਵਿੱਚ ਸਿੱਖ ਕਤਲੇਆਮ ਨੂੰ ਅੱਜ ਪੂਰੇ 37 ਸਾਲ ਹੋ ਚੁੱਕੇ ਨੇ। ਅਨੇਕਾਂ ਹੀ ਕਮਿਸ਼ਨ ਬੈਠੇ ਨੇ, ਇਨਕੁਆਇਰੀਜ਼ ਹੋਈਆਂ ਨੇ। ਇਹ ਸਾਰੀ ਦੁਨੀਆ ਜਾਣਦੀ ਹੈ ਕਿ ਉਸ ਦੇ ਲਈ ਦੋਸ਼ੀ ਕੌਣ ਨੇ, ਪਰ ਅੱਜ ਤੱਕ ਉਹਨਾਂ ਨੂੰ ਸਜ਼ਾਵਾਂ ਨਹੀਂ ਹੋਈਆਂ। ਸੋ ਸਾਡਾ ਇਹ ਮੰਨਣਾ ਹੈ ਕਿ ਇਸ ਮੁਲਕ ਦੇ ਵਿੱਚ ਰਹਿੰਦਿਆਂ ਸਾਨੂੰ ਇਨਸਾਫ ਨਹੀਂ ਮਿਲਦਾ, ਨਾ ਤਾਂ 37 ਸਾਲਾਂ ਦੇ ਵਿੱਚ ਮਿਲਿਆ, ਨਾ ਅੱਗੇ ਮਿਲਦਾ ਹੈ। ਥੋੜ੍ਹੀ ਬਹੁਤੀ ਜੇ ਅੱਜ ਸਿੱਖਾਂ ਨੂੰ ਆਸ ਹੈ ਉਹ UN ਤੋਂ ਕਿ UN ਜਿਹੜਾ ਆ ਉਹ ਹਿੰਦੁਸਤਾਨ ਨੂੰ ਕਟਹਿਰੇ ਦੇ ਵਿੱਚ ਖੜਾ ਕਰੇ, ਉਹਨਾਂ ਨੂੰ ਕੁਐਸਚਨ ਕਰੇ ਕਿ ਜਿਹੜਾ ਇਹ ਮਾਸ ਮਰਡਰ ਇੰਡੀਆ ਆ ਉਹਨੇ ਜਿਹੜੀਆਂ ਇੰਨੀਆਂ ਕਿਲਿੰਗਸ ਕੀਤੀਆਂ ਆ ਉਸ ਦੇ ਲਈ ਜਵਾਬਦੇਹੀ ਉਹਨੂੰ ਜਿਹੜਾ ਬਣਾਇਆ ਜਾਵੇ ਇੰਡੀਆ ਨੂੰ। ਸੋ UN ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਜਿਹੜੇ ਇੱਥੇ ਦੀਆਂ ਮਾਈਨੋਰਟੀਜ਼ ਆ ਉਹਨਾਂ ਦੀ ਆਵਾਜ਼ ਨੂੰ ਸੁਣਨ, ਉਹਨਾਂ ਦੀ ਅਪੀਲ ਨੂੰ ਸੁਣਨ ਔਰ ਇੰਡੀਆ ਨੂੰ ਕਟਹਿਰੇ ਦੇ ਵਿੱਚ ਖੜਾ ਕਰਕੇ ਔਰ ਪੁੱਛਣ। ਔਰ ਜਿਹੜੇ ਸਿੱਖ ਨੇ, ਪੰਜਾਬ ਦੇ ਲੋਕ ਨੇ, ਉਹਨਾਂ ਦੀਆਂ ਇੱਛਾਵਾਂ ਦੀ ਜਿਹੜੀ ਆ ਪੂਰਤੀ ਕੀਤੀ ਜਾਵੇ ਕਿ ਉਹ ਆਪਣੀ 37 ਸਾਲਾਂ ਦੀ ਜਿਹੜੀ ਚੁੱਪ ਆ ਉਸ ਨੂੰ ਤੋੜੇ। ਉਸ ਦੇ ਲਈ ਅੱਜ ਇੱਥੇ ਮਿਸਾਲ ਮਾਰਚ ਕਰ ਰਹੇ। ਖਾਸ ਕਾਰਨ ਸੀਗਾ UN ਨੂੰ ਕਹਿਣ ਦਾ। ਔਰ ਜਿਹੜੀ ਨਸਲਕੁਸ਼ੀ ਹੋਈ ਹੈ ਉਹਦੇ ਲਈ ਭਾਰਤੀ ਸੰਵਿਧਾਨ ਦੇ ਅੰਡਰ ਵੀ ਕੋਈ ਕੇਸ ਚੱਲੇ ਹੋਣਗੇ, ਕੀ ਉੱਥੇ ਕੋਈ ਇਨਸਾਫ ਮਿਲਿਆ? ਨਹੀਂ, ਵੇਖੋ, ਇੱਕ ਦੋ ਛੋਟੇ ਬੰਦਿਆਂ ਨੂੰ ਜੇਲ੍ਹਾਂ ਦੇ ਵਿੱਚ ਦੇ ਦੇਣਾ 30-35 ਸਾਲਾਂ ਦੇ ਬਾਅਦ ਉਹ ਇਨਸਾਫ ਨਹੀਂ ਹੁੰਦਾ। ਤੁਸੀਂ ਉਹਨਾਂ ਵਿਧਵਾਵਾਂ ਨੂੰ ਮੁਆਵਜ਼ੇ ਦੇ ਦੇਣਾ, ਇਹ ਇਨਸਾਫ ਨਹੀਂ ਹੁੰਦਾ। ਸਾਡੀ ਸਮਝ ਦੇ ਵਿੱਚ ਇਸ ਜੈਨੋਸਾਈਡ ਦਾ ਇਨਸਾਫ ਆ ਸਿੱਖ ਕੌਮ ਦੀ ਆਜ਼ਾਦੀ। ਸੋ ਜਦੋਂ ਤੱਕ ਅਸੀਂ ਆਜ਼ਾਦ ਨਹੀਂ ਹੁੰਦੇ ਉਦੋਂ ਤੱਕ ਸਾਡੇ ਉੱਤੇ ਇਹੋ ਜਿਹੇ ਘੱਲੂਘਾਰੇ ਵਾਪਰਦੇ ਰਹਿਣੇ ਨੇ, ਜੈਨੋਸਾਈਡ ਸਾਡੇ ਹੁੰਦੇ ਰਹਿਣੇ ਨੇ। ਸੋ ਅਸੀਂ ਆਪਣੇ ਲੋਕਾਂ ਨੂੰ ਇਹ ਗੱਲ ਦੱਸਣੀ ਚਾਹੁੰਦੇ ਹਾਂ ਕਿ ਉਹ ਇਸ ਇਤਿਹਾਸ ਨੂੰ ਆਪਣੇ ਨੂੰ ਸਾਂਭਣ। ਇਹ ਇੱਕ ਪੀੜਤ ਧਿਰ ਦੇ ਲਈ ਬੜੀ ਅਹਿਮ ਗੱਲ ਹੁੰਦੀ ਹੈ ਕਿ ਉਹ ਕਿਵੇਂ ਆਪਣੇ ਸੀਨੇ ਦੇ ਵਿੱਚ ਆਪਣੀ ਪੀੜ ਨੂੰ ਲੈ ਕੇ ਅੱਗੇ ਵਧੇ। ਸੋ ਉਹ ਸਿੱਖ ਕੌਮ ਦੇ ਉੱਤੇ ਦੌਰ ਚੱਲਦਾ ਪਿਆ। ਅਸੀਂ ਆਪਣੇ ਸੀਨਿਆਂ ਦੇ ਵਿੱਚ ਦਰਦ ਲੈ ਕੇ ਅੱਗੇ ਵਧ ਰਹੇ ਹਾਂ ਔਰ ਸਾਡਾ ਅੱਗੇ ਵਧਣ ਦਾ ਜਿਹੜਾ ਮਕਸਦ ਆ ਉਹ ਆਪਣੀ ਪੀੜ੍ਹੀਆਂ ਨੂੰ ਦੱਸਣਾ ਔਰ ਆਪਣੀ ਆਜ਼ਾਦੀ ਹਾਸਲ ਕਰਨਾ ਆ। ਔਰ ਇੱਕ ਜਿਹੜਾ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਦੱਸਣ ਦਾ ਇੱਕ ਤਰੀਕਾ ਆ, ਉਸ ਦੇ ਵਿੱਚ ਸ਼੍ਰੋਮਣੀ ਕਮੇਟੀ ਜਿਹੜੀ ਆ ਇੱਕ ਅਹਿਮ ਰੋਲ ਅਦਾ ਕਰ ਸਕਦੀ ਆ। ਅੱਜ ਤੋਂ 4 ਸਾਲ ਪਹਿਲਾਂ 6 ਨਵੰਬਰ 2017 ਨੂੰ ਉਹਨਾਂ ਨੇ
ਅਸੀਂ ਉਹਨਾਂ ਨੂੰ ਲੈਟਰ ਲਿਖੀ ਸੀ ਪਹਿਲਾਂ ਕਿ ਉਹ ਨਵੰਬਰ 1984 ਦੇ ਜਿਹੜਾ ਕਤਲੇਆਮ ਆ ਇਹਨੂੰ ਦਰਸਾਉਂਦੀਆਂ ਹੋਈਆਂ ਤਸਵੀਰਾਂ ਚਿੱਤਰ ਜਿਹੜੇ ਆ ਉਹ ਅਜਾਇਬ ਘਰ ਦੇ ਵਿੱਚ ਲਾਏ ਜਾਣ ਔਰ ਲਿਖਿਆ ਜਾਵੇ ਕਿ ਇਹ ਵਰਤਾਰਾ ਜਿਹੜਾ ਹਿੰਦ ਸਰਕਾਰ ਨੇ ਸਾਡੇ ਤੇ ਜਿਹੜਾ ਉਹ ਕੀਤਾ ਸੀਗਾ। ਠੀਕ ਉਸੇ ਤਰ੍ਹਾਂ ਜਿਵੇਂ ਮੁਗਲਾਂ ਨੇ ਪਹਿਲਾਂ ਕੀਤਾ ਸੀ, ਬ੍ਰਿਟਿਸ਼ ਨੇ ਕੀਤਾ ਜਾਂ ਹੋਰ ਜਿਹੜੇ ਇਤਿਹਾਸਕ ਤਸਵੀਰਾਂ ਲੱਗੀਆਂ ਹੋਈਆਂ ਨੇ ਅਜਾਇਬ ਘਰ ਦੇ ਵਿੱਚ। ਸੋ ਉਸੇ ਤਰਜ਼ ਦੇ ਉੱਤੇ ਨਵੰਬਰ 1984 ਸਿੱਖ ਕਤਲੇਆਮ ਦੀਆਂ ਤਸਵੀਰਾਂ ਵੀ ਉੱਥੇ ਲੱਗਣ ਔਰ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਕਿ ਜਿਹੜਾ ਉਹਨਾਂ ਨੇ ਆਪਣਾ ਮਤਾ ਪਾਇਆ ਸੀ ਅੱਜ ਤੋਂ 4 ਸਾਲ ਪਹਿਲਾਂ ਉਸ ਦੇ ਉੱਤੇ ਕਦਮ ਅੱਗੇ ਵਧਾਉਣ ਔਰ ਉਹ ਤਸਵੀਰਾਂ ਜਿਹੜੀਆਂ ਅਜਾਇਬ ਦੇ ਵਿੱਚ ਲਾਉਣ। ਬਿਲਕੁਲ। ਔਰ ਇਹਦੇ ਨਾਲ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦੀ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਕਲੋਨੀ ਬੜੀ ਹੋਈ ਆ, ਕੁਝ ਉਹਦੇ 'ਚ ਕਾਨਪੁਰ ਤੋਂ ਲੋਕ ਆਏ ਹੋਏ ਨੇ, ਬੀਬੀਆਂ ਸੀਗੀਆਂ, ਔਰ ਕੁਝ ਦਿੱਲੀ ਤੋਂ ਵੀ ਆਏ ਹੋਏ ਨੇ, ਹੋਰਨਾਂ ਇਲਾਕਿਆਂ ਤੋਂ ਵੀ ਆਏ ਹੋਏ ਨੇ, ਔਰ ਉਹਨਾਂ ਦਾ ਇਹ ਕੇਸ ਚੱਲ ਰਹੇ ਨੇ ਕਿ ਉਹ ਜਿਹੜੀ ਜ਼ਮੀਨ ਤੇ ਜਿਹੜੇ ਘਰ ਉਹਨਾਂ ਨੂੰ ਦਿੱਤੇ ਗਏ ਸੀਗੇ ਉਹ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ। ਉਹਨਾਂ ਦੇ ਲਈ ਵੀ ਕੋਈ ਜਾਗਰੂਕ ਨੇ ਜਿਹੜੇ ਸਿੱਖ ਨੇ ਜਾਂ ਨਹੀਂ? ਦੇਖੋ ਇੱਕ ਪਾਰਟਿਕੂਲਰ ਸੈਕਸ਼ਨ ਜਿਹੜਾ ਹੈ ਉਹ ਹਮੇਸ਼ਾ ਹੀ ਆਪਣੀ ਕੌਮ ਦੇ ਹਰ ਜਿਹੜੇ ਸਰੋਤ ਆ ਉਹਨਾਂ ਦੇ ਲਈ ਜਾਗਰੂਕ ਰਹਿੰਦਾ ਹੈ। ਐਜ਼ ਏ ਮੈਜੋਰਿਟੀ ਜੇ ਤੁਸੀਂ ਪੂਰੀ ਕੌਮ ਨੂੰ ਕਹੋ ਤਾਂ ਹੋ ਸਕਦਾ ਆ ਸਾਨੂੰ ਇਹ ਪ੍ਰਵਾਨ ਕਰਨਾ ਪਊਗਾ ਕਿ ਹੋ ਸਕਦਾ ਹੈ ਕਿ ਐਜ਼ ਏ ਹੋਲ ਸਾਡੀ ਕਮਿਊਨਿਟੀ ਉਸ ਚੀਜ਼ ਲਈ ਜਾਗਰੂਕ ਨਾ ਹੋਵੇ, ਪਰ ਜਿਹੜੀਆਂ ਸੰਸਥਾਵਾਂ ਨੇ ਉਹ ਜਾਗਰੂਕ ਨੇ ਔਰ ਉਹਦੇ 'ਚ ਸ਼੍ਰੋਮਣੀ ਕਮੇਟੀ ਮੋਹਰੀ ਰੋਲ ਅਦਾ ਕਰ ਸਕਦੀ ਹੈ। ਮੈਂ ਪਹਿਲਾਂ ਵੀ ਕਿਹਾ ਆ ਸ਼੍ਰੋਮਣੀ ਕਮੇਟੀ ਦੇ ਕੋਲ ਬਹੁਤ ਸਾਰੀਆਂ ਪਾਵਰਸ ਨੇ, ਬਹੁਤ ਸਾਰੇ ਰਿਸੋਰਸਿਸ ਨੇ ਸਿੱਖ ਕੌਮ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਰੇਜ਼ ਕਰਨ ਦੇ ਲਈ। ਸੋ ਉਹਨਾਂ ਨੂੰ ਬਜਾਏ ਇਸ ਗੱਲ ਦੇ ਕਿ ਉਹ ਇੱਕ ਪੋਲੀਟੀਕਲ ਪ੍ਰੈਸ਼ਰ ਦੇ ਅਧੀਨ ਆ ਕੇ ਲੋਕਾਂ ਦੇ ਲਈ ਇਹ ਵਾਅਦੇ ਕਰਦੇ ਫਿਰਨ ਕਿ ਕਿੰਨੀ ਬਿਜਲੀ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਫ੍ਰੀ ਦੇ ਰਿਹਾ ਜਾਂ ਕੀ ਦੇ ਰਿਹਾ, ਉਹਦੀ ਐਡ ਕਰਨ ਦੀ ਬਜਾਏ ਜਿਹੜੇ ਸਹੀ ਇਸ਼ੂਜ਼ ਨੇ ਉਹਨਾਂ ਨੂੰ ਰੇਜ਼ ਕਰਨ। ਈਵਨ ਜਿਹੜੇ ਮੇਘਾਲਿਆ ਦੇ ਵਿੱਚ ਹੁਣ ਸਿੱਖਾਂ ਦਾ ਜਿਹੜਾ ਟੌਰਚਰ ਹੋ ਰਿਹਾ ਆ ਉਸ ਦੇ ਉੱਤੇ ਵੀ ਜਿਹੜਾ ਆ ਉਹ ਆਪਣੀ ਕਾਰਵਾਈ ਕਰਨ ਕਿਉਂਕਿ ਉਹ ਰਿਸੋਰਸਿਸ ਜਿਹੜੇ ਉਹ ਇਸਤੇਮਾਲ ਕਰਨ। ਜਦੋਂ ਅੱਜ ਅਸੀਂ ਦੇਖਦੇ ਹਾਂ ਕਿ ਦੋ ਮਸਲੇ ਨੇ, ਮੇਘਾਲਿਆ ਦੀ ਗੱਲ ਕਰਦੇ ਹਾਂ, ਉੱਥੇ ਦਲਿਤ ਪਰਿਵਾਰ ਨੇ, ਹਾਲਾਂਕਿ ਸਿੱਖਾਂ 'ਚ ਕੋਈ ਵੀ ਦਲਿਤ ਨਹੀਂ ਹੁੰਦਾ, ਪਰ ਜੇ ਉਹ ਨਾਮ ਲੈਂਦੇ ਉਹਦੇ ਵਿੱਚ ਤਾਂ ਉਹ ਪਰਿਵਾਰ ਜਿਹੜੇ ਨੇ ਉਹ ਉਜਾੜੇ ਜਾ ਰਹੇ ਨੇ। ਔਰ ਉਹ ਦੂਸਰੀ ਤਰਫ ਹੀ ਇੱਕ ਪਛੜੇ ਵਰਗ ਨਾਲ ਸੰਬੰਧਿਤ ਸੀਗਾ ਜਿਸ ਨੂੰ ਲਖੀਮਪੁਰ ਦੇ ਵਿੱਚ ਮਾਰ ਦਿੱਤਾ ਗਿਆ। ਉਸ ਦੇ ਲਈ ਵਿਜੇ ਸਾਂਪਲਾ ਜੀ ਦਾ ਟਵੀਟ ਆਉਂਦਾ ਹੈ, ਵਿਜੇ ਸਾਂਪਲਾ ਜੀ ਮਿਲਦੇ ਨੇ ਸਪੈਸ਼ਲ ਜਾ ਕੇ ਉਹਨਾਂ ਦੇ ਪਰਿਵਾਰ ਨੂੰ। ਉਸ ਤੋਂ ਬਾਅਦ ਮਾਇਆਵਤੀ ਜੀ ਦਾ ਟਵੀਟ ਆਉਂਦਾ ਹੈ। ਸੋ ਕੀ ਲੱਗਦਾ ਹੈ ਕਿ ਇਹ ਪਾਰਸ਼ੈਲਿਟੀ ਕਿਉਂ, ਕੀ ਕਾਰਨ ਰਿਹਾ ਕਿ ਦੋਨੇ ਸੇਮ ਹੀ ਜਾਤੀ ਦੇ ਨਾਲ ਸੰਬੰਧਿਤ ਨੇ ਪਰੰਤੂ ਉਹਦੇ ਲਈ ਜ਼ਿਆਦਾ ਹਮਦਰਦੀ ਹੈ ਲਖਬੀਰ ਦੇ ਲਈ ਔਰ ਬਾਕੀਆਂ ਦੇ ਲਈ ਨਹੀਂ? ਦੇਖੋ ਇਹਦੇ 'ਚ ਜਾਤੀ ਵਾਲਾ ਕੋਈ ਰੋਲ ਨਹੀਂ, ਜਿਵੇਂ ਤੁਸੀਂ ਪਹਿਲਾਂ ਕਹਿਤਾ ਕਿ ਸਿੱਖ ਤੁਹਾਨੂੰ ਇਹਦੇ 'ਚ ਹੈ ਨਹੀਂ, ਪਰ ਫਿਰ ਵੀ ਸੋ ਕਾਲਡ ਜਿਹੜਾ ਜਾਤ ਦਾ ਕਨਸੈਪਟ ਆ ਉਹ ਚੱਲਦਾ ਆ ਰਿਹਾ ਗਾਇਬ ਗਾਇ ਨਾ। ਜਿਹੜੀਆਂ ਪਾਰਟੀਆਂ ਬੋਲੀਆਂ ਨੇ, ਮਮਤਾ ਬੈਨਰਜੀ ਨੇ ਵੀ ਟਵੀਟ ਕੀਤਾ ਸੀ ਪਿਛਲੀ ਜਿਹੜੀ ਸਿੰਘੂ ਬਾਰਡਰ ਤੇ ਘਟਨਾ ਵਾਪਰੀ। ਦੇਖੋ ਉਹਦੇ ਵਿੱਚ ਇਹ ਪਾਰਟੀਆਂ ਨੂੰ ਚੰਗਾ ਭਲਾ ਪਤਾ ਹੈ, ਇਹ ਜਾਣੂ ਨੇ, ਇਹ ਨਹੀਂ ਕਿ ਅਣਜਾਣ ਨੇ, ਵੀ ਉਸ ਦੇ ਵਿੱਚ ਕੋਈ ਵੀ ਕਾਸਟ ਐਂਗਲ ਨਹੀਂ ਸੀ। ਉਹ ਇੱਕ ਸੈਕਰੇਲੇਜ ਦਾ, ਇੱਕ ਬੇਅਦਬੀ ਦਾ ਇਸ਼ੂ ਸੀ। ਉੱਥੇ ਕੋਈ ਵੀ ਹੁੰਦਾ, ਮੈਂ ਵੀ ਹੁੰਦਾ ਜਾਂ ਕੋਈ ਹੋਰ ਵੀ ਹੁੰਦਾ, ਉਹਨੂੰ ਵੀ ਸ਼ਾਇਦ ਇਹੋ ਸਜ਼ਾ ਮਿਲਦੀ। ਸੋ ਉਹਨੂੰ ਪਰ ਜਿਹੜਾ ਉਹ ਜਾਤ ਦਾ ਇਸ਼ੂ ਬਣਾਇਆ ਗਿਆ। ਹੁਣ ਜਿਹੜਾ ਮੇਘਾਲਿਆ ਹੈ ਉਸ ਦੇ ਵਿੱਚ ਉਹਨਾਂ ਨੂੰ ਇਹ ਪਤਾ ਹੈ ਚੰਗਾ ਭਲਾ ਕਿ ਉੱਥੇ ਫਿਰ ਜਾਤ ਦੀ ਬੇਸ਼ੱਕ ਗੱਲ ਆ, ਪਰ ਸੱਚਾਈ ਇਹ ਹੈ ਕਿ ਉਹ ਸਿੱਖਾਂ ਦਾ ਉਜਾੜਾ ਹੋ ਰਿਹਾ ਉੱਥੇ ਉਹ ਚੁੱਪ ਨੇ ਕਿਉਂਕਿ ਉਹ ਸਟੇਟ ਦੇ ਨਾਲ ਲੜਾਈ ਆ। ਇੱਥੇ ਲੜਾਈ ਸਿੱਖ ਕੌਮ ਦੀ ਇੰਟਰਨਲ ਸੀ, ਉਹਨੂੰ ਜਿਹੜਾ ਉਹ ਹਾਈਲਾਈਟ ਕੀਤਾ ਗਿਆ। ਉੱਥੇ ਸਰਕਾਰ ਇਨਵੋਲਡ ਆ, ਉਹਨੂੰ ਜਿਹੜਾ ਉਹ ਦਬਾਉਣ ਦੀ ਕੋਸ਼ਿਸ਼ ਕਰਦੇ ਪਏ ਆ। ਸੋ ਇਹ ਸਾਰੀ ਪੋਲੀਟੀਕਲ ਜਿਹੜੇ ਸਟੰਟਸ ਨੇ ਉਹ ਕੀਤੇ ਜਾਂਦੇ ਨੇ। ਮਾਇਆਵਤੀ ਦਾ ਚਿਹਰਾ ਜਿਹੜਾ ਆ ਉਹ ਸਿੱਖਾਂ ਦੇ ਵਿੱਚ ਇਨਸਾਫ ਆ ਕਿ ਉਹ ਕਿੰਨੀ ਕੁ ਸੋ ਕਾਲਡ ਦਲਿਤ ਸਮਾਜ ਦੀ ਪ੍ਰਤੀਨਿਧਤਾ ਕਰਦੀ ਆ। ਠੀਕ ਹੈ, ਇੱਕ ਉਸ ਦੀ ਪਾਰਟੀ ਮਾਇਆਵਤੀ ਜੀ ਦਾ ਜਿਹੜੀ ਪਾਰਟੀ ਉਹਦਾ ਗੱਠਜੋੜ ਅਕਾਲੀ ਦਲ ਨਾਲ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ, ਜਿਹੜੀ ਕਿ ਪੰਜਾਬ ਦੀ ਖੇਤਰੀ ਪਾਰਟੀ ਹੈ ਔਰ ਇਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹੀ ਬਾਅਦ ਉਹ ਹੋਂਦ ਦੇ ਵਿੱਚ ਆਉਂਦੀ ਹੈ। ਸੋ ਕੀ ਲੱਗਦਾ ਹੈ ਕਿ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਸਿੱਖਾਂ ਦੀ ਨੁਮਾਇੰਦਗੀ ਕਰ ਰਿਹਾ ਔਰ ਦੂਸਰੇ ਪਾਸੇ ਮਾਇਆਵਤੀ ਇਹ ਟਵੀਟ ਕਰ ਰਹੀ। ਸ਼੍ਰੋਮਣੀ ਅਕਾਲੀ ਦਲ ਕੋਈ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦਾ। ਹੁਣ ਸਿਰਫ ਉਹਨਾਂ ਦੇ ਕੋਲੇ ਕਹਿਣ ਨੂੰ ਗੱਲ ਰਹਿ ਗਈ ਆ ਕਿ ਅਸੀਂ ਸਿੱਖਾਂ ਦੀ ਨੁਮਾਇੰਦਗੀ ਕਰਦੇ ਹਾਂ। ਪਿਛਲੇ 25-30 ਸਾਲ ਦੇ ਵਿੱਚ ਕੋਈ ਇੱਕ ਵਾਕਿਆ ਦੱਸਣ ਜਿੱਥੇ ਉਹਨਾਂ ਸਿੱਖਾਂ ਦੀ ਨੁਮਾਇੰਦਗੀ ਕੀਤੀ ਹੋਵੇ। ਸੋ ਉਹ ਤਾਂ ਸਿਰਫ ਇੱਕ ਉਹਨਾਂ ਕੋਲ ਪੈਟ ਡਾਇਲੋਗ ਆ, ਇੱਕ ਪੋਲੀਟੀਕਲ ਸਟੰਟ ਖੇਡਣ ਦੇ ਲਈ ਕਿ ਅਸੀਂ ਸਿੱਖਾਂ ਦੀ ਨੁਮਾਇੰਦਾ ਜਮਾਤ ਹਾਂ, ਪਰ ਅਸਲ ਦੇ ਵਿੱਚ ਉਹ ਨਹੀਂ ਗੇ। ਤੁਸੀਂ ਉਹਨਾਂ ਦੇ ਜਥੇਦਾਰ ਵੇਖੋ ਜਿੱਦਾਂ ਦੇ ਬਣਦੇ ਨੇ, ਕਿ ਉਹਨਾਂ ਦੇ ਵਿੱਚ ਅਕਾਲੀ ਦਲ ਵਾਲਾ ਕੋਈ ਵੀ ਰੋਲ ਹੈ, ਉਹਦੇ ਵਿੱਚ ਕੋਈ ਵੀ ਚੀਜ਼ ਜਿਹੜੀ ਆ ਉੱਦਾਂ ਦੀ ਹੈ ਨਹੀਂ ਕਿ ਜਿਹੜੀ ਇੱਕ ਮੌਜੂਦਾ ਜਿਹੜਾ ਪਹਿਲਾ ਪੁਰਾਤਨ ਅਕਾਲੀ ਦਲ ਉਹਦੇ ਸੀ। ਸੋ ਇਹਨਾਂ ਦੇ ਜਿਹੜੇ ਗੱਠ ਜੋੜ ਨੇ, ਇਸੇ ਅਕਾਲੀ ਦਲ ਦਾ ਜੋੜ ਪਹਿਲਾਂ ਭਾਜਪਾ ਨਾਲ ਰਿਹਾ। ਸੋ ਮਤਲਬ ਮੇਰਾ ਕਹਿੰਦਾ ਕਿ ਇਹ ਸਾਰੀ ਵੋਟ ਪੋਲੀਟਿਕਸ ਆ, ਇਹਦੇ ਵਿੱਚ ਕੋਈ ਪੰਥਕ ਸਰੋਤ ਨਹੀਂ ਗੇ, ਕੋਈ ਇਸ਼ੂ ਦੀ ਕੋਈ ਹੈ ਨਹੀਂ ਗੀ, ਸਿਰਫ ਵੋਟ ਪੋਲੀਟਿਕਸ ਆ। ਔਰ ਇਹ ਹਰ ਵੋਟਾਂ ਦੇ ਵਿੱਚ ਤੁਸੀਂ ਵੇਖੋ ਸਮੀਕਰਨ ਬਦਲਣਗੇ। ਅੱਜ ਮਾਇਆਵਤੀ ਦੇ ਨਾਲ, ਕੱਲ ਨੂੰ ਹੋ ਸਕਦਾ ਕਿਤੇ ਹੋਰ ਹੋਵੇ। ਸਿਆਸਤ ਦੀ ਖੇਡ, ਬਿਲਕੁਲ ਸਿਆਸਤ ਦੀ ਖੇਡ ਆ। ਕੱਲ ਨੂੰ ਕੋਈ ਹੋਰ ਆਵੇਗਾ ਜਿੱਥੋਂ ਉਹਨਾਂ ਨੂੰ ਫਾਇਦਾ ਮਿਲਣ ਦੀ ਜਿਹੜੀ ਆ ਉਹ ਚਾਂਸਿਸ ਹੋਣਗੇ ਤੇ ਉਹਨਾਂ ਨਾਲ ਵੀ ਜੁੜਨਗੇ। ਜੇ ਇਹ ਖੇਤੀ ਕਾਨੂੰਨ ਨਾ ਹੁੰਦੇ
ਭਾਜਪਾ ਇਹ ਗਲਤੀ ਨਾ ਕਰਦੀ ਤੇ ਅੱਜ ਜਿਹੜਾ ਸੁਖਬੀਰ ਬਾਦਲ ਭਾਜਪਾ ਨੂੰ, ਹਰਸਿਮਰਤ ਬਾਦਲ ਭਾਜਪਾ ਨੂੰ ਕੋਸਦੇ ਨੇ, ਉਹਨਾਂ ਨੇ ਅੱਜ ਉਹਨਾਂ ਦੀਆਂ ਤਾਰੀਫਾਂ ਕਰਦੇ ਹੋਣਾ ਸੀ। ਸੋ ਇਹ ਤੇ ਇਹਨਾਂ ਦੀ ਪੋਲੀਟੀਕਲ ਸਾਰੇ ਜਿਹੜੇ ਈਵਨ ਤੁਸੀਂ ਵੇਖੋ ਗੱਠਜੋੜ ਤੋੜਨ ਤੋਂ ਪਹਿਲਾਂ ਇਹਨਾਂ ਦੇ ਸਾਰੇ ਇਹਦੇ ਤਾਰੀਫਾਂ ਕਰ ਰਹੇ ਸੀ ਖੇਤੀ ਬਿੱਲਾਂ ਦੀਆਂ। ਸੋ ਟੁੱਟ ਗਏ ਤੇ ਬਿਲਕੁਲ ਗੱਲਾਂ ਬਦਲ ਗਈਆਂ। ਸੋ ਇਹ ਇਹਨਾਂ ਤੋਂ ਕੋਈ ਆਸ ਨਹੀਂ। ਸ਼੍ਰੋਮਣੀ ਅਕਾਲੀ ਦਲ ਕੋਈ ਸਿੱਖਾਂ ਦੀ ਪ੍ਰਤੀਨਿਧਤਾ ਨਹੀਂ ਕਰਦੀ। ਸਿੱਖਾਂ ਨੂੰ ਆਪਣੀ ਪ੍ਰਤੀਨਿਧਤਾ ਕਰਨ ਵਾਲਾ ਧੜਾ ਇੱਕ ਜਿਹੜਾ ਆ ਉਹ ਖੜਾ ਕਰਨਾ ਪਵੇਗਾ ਔਰ ਉਸ ਨੂੰ ਵੋਟ ਪੋਲਿਟਿਕਸ ਤੋਂ ਬਾਹਰ ਰੱਖਣਾ ਪਵੇਗਾ, ਫੇਰ ਹੀ ਕੁਝ ਹੋ ਸਕਦਾ। ਸ਼੍ਰੋਮਣੀ ਅਕਾਲੀ ਦਲ ਬਿਲਕੁਲ ਤੁਸੀਂ ਕਿਹਾ ਕਿ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੀ, ਪਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਸ ਨਸਲਕੁਸ਼ੀ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੀ ਬਿਆਨ ਆਉਂਦੇ ਨੇ, ਉਹਨਾਂ ਵੱਲੋਂ ਕੀ ਅਹਿਦ ਲਿਆ ਗਿਆ? ਮੈਂ ਸ਼੍ਰੋਮਣੀ ਅਕਾਲੀ ਦਲ ਠੀਕ ਆ ਕਿ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਅਧੀਨ ਆ, ਪਰ ਜੇ ਐਜ਼ ਏ ਹੋਲ ਮੈਂ ਉਸ ਦੀ ਵਰਕਿੰਗ ਨੂੰ ਵੇਖਾਂ, ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਪੀ ਸੈਂਟਰ ਆ ਰਾਜਨੀਤੀ ਕਰਨ ਦਾ ਜਾਂ ਆਪਣੀਆਂ ਐਕਟੀਵਿਟੀਜ਼ ਕਰਨ ਦਾ, ਉਹ ਅੱਜ ਵੀ ਧਾਰਮਿਕ ਹੀ ਆ। ਠੀਕ ਹੈ ਕਿ ਉਹਦੇ ਉੱਤੇ ਉਹ ਗਲਤ ਫੈਸਲੇ ਲੈ ਲੈਂਦੇ ਨੇ ਕਦੀ ਕਦੀ, ਪਰ ਉਹਨਾਂ ਦਾ ਸੈਂਟਰ ਜਿਹੜਾ ਉਹ ਰਿਲੀਜਨ ਰਹਿੰਦਾ। ਪਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਆ ਉਸ ਦਾ ਐਪੀ ਸੈਂਟਰ ਉਹਨੇ ਰਿਲੀਜਨ ਨਹੀਂਗਾ, ਉਹਦਾ ਇਲੈਕਸ਼ਨਸ ਆ, ਵੋਟ ਸਿਸਟਮ ਆ। ਸੋ ਇਹ ਦੋਵਾਂ ਦੇ ਵਿੱਚ ਫਰਕ ਆ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਵੇਂ ਪਹਿਲਾਂ ਕਿਹਾ ਕਿ ਅਹਿਮ ਰੋਲ ਜਿਹੜਾ ਆ ਉਹ ਅਦਾ ਕਰਨਾ ਚਾਹੀਦਾ ਆ। ਜਿਹੜਾ ਮੌਜੂਦਾ ਰੋਲ ਚੱਲਦਾ ਪਿਆ ਇਹ ਤੋਂ ਲੋਕ ਬਹੁਤੇ ਉਹਨਾਂ ਤੋਂ ਸੰਤੁਸ਼ਟ ਨਹੀਂ ਗਏ। ਸੋ ਇਸ ਸਮੇਂ ਜਿਹੜਾ ਮਸ਼ਾਲ ਮਾਰਚ ਜਿਹੜਾ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੁਰਦਾਸਪੁਰ ਦੇ ਵਿੱਚ ਕੱਢਿਆ ਜਾ ਰਿਹਾ ਹੈ ਔਰ ਕਾਰਨ ਕੀ ਹੈ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਨਵੰਬਰ ਮਹੀਨੇ ਦੇ ਵਿੱਚ ਸਿੱਖਾਂ ਨੂੰ ਭਾਰਤ ਵਿੱਚ ਕਿਤੇ ਵੀ ਵਸਦੇ ਸੀਗੇ ਉਹਨਾਂ ਦੇ ਨਾਲ ਨਸਲਕੁਸ਼ੀ ਜਿਹੜੀ ਸੀਗੀ ਉਹ ਕੀਤੀ ਗਈ ਸੀ। ਉਸ ਦੇ ਵਿਰੋਧ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਸਲੇ ਨੂੰ ਸੁਲਝਾਇਆ ਜਾਵੇ ਔਰ ਸੋ ਇਹ ਤਸਵੀਰਾਂ ਜਿਹੜੀਆਂ ਗੁਰਦਾਸਪੁਰ ਦੀਆਂ ਤੁਹਾਨੂੰ ਦਿਖਾ ਰਹੇ ਹਾਂ। दुकानदार ਤੁਹਾਨੂੰ ਪਤਾ ਲੱਗ ਗਿਆ ਹੋਗਾ ਕਿ ਕੌਣ ਲੋਕ ਨੇ ਉਹ ਵਾਰਸ ਨੇ ਉਹਨਾਂ ਦੇ ਜਿਨ੍ਹਾਂ ਨੂੰ ਹਿੰਦੂ ਹਕੂਮਤ 1947 ਤੋਂ ਲੈ ਕੇ ਅੱਜ ਤੱਕ ਇਸ ਹਿੰਦੁਸਤਾਨ ਦੇ ਸਿੱਖਾਂ ਨੂੰ ਖਾਸ ਕਰਕੇ ਤੇ ਹੋਰ ਨਾਲ ਘੱਟ ਗਿਣਤੀਆਂ ਦੀ ਨਸਲਕੁਸ਼ੀ ਕਰਦੀ ਆ ਰਹੀ ਹੈ। ਅੱਜ ਦਾ ਇਹ ਮਾਰਚ ਨਵੰਬਰ 1984 ਦੇ ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ये मिसाल चलती रहेगी। राज करेगा, राज करेगा, राज करेगा। लेते रहेंगे, अधिकों पे लगाएंगे आपका भारत और सिख की जोंदा आजादी। अधिकों पे लगाएंगे आजादी है जिंदे साथी आजादी। ਅਸੀਂ ਲੈ ਕੇ ਰਹਾਂਗੇ ਆਜ਼ਾਦੀ, ਅਸੀਂ ਖੋ ਕੇ ਲਵਾਂਗੇ ਆਜ਼ਾਦੀ, ਅਸੀਂ ਖੋ ਕੇ ਲਵਾਂਗੇ ਆਜ਼ਾਦੀ। ਸਾਡੀ ਜਿੰਦੇ ਸਾਡੀ ਜਾਨ ਖਾਲਿਸਤਾਨ ਖਾਲਿਸਤਾਨ ਜਿੰਦੇ ਜਿੰਦੇ ਜਾਨ ਜਾਨ ਖਾਲਿਸਤਾਨ ਖਾਲਿਸਤਾਨ ਜਿੰਦੇ ਜਿੰਦੇ ਜਾਨ ਜਾਨ ਖਾਲਿਸਤਾਨ ਖਾਲਿਸਤਾਨ ਐਸੇ ਕਦੀ